ਆਪਾਂ ਅੱਜ ਰਿਲੀਜ਼ ਕਰਨ ਜਾ ਰਹੇ ਹਾਂ ਈਸ਼ਰ ਸਿੰਘ ਲੰਗਵਾਲੀ ਜੀ ਦਾ ਕਿ ਪਹਿਲਾ ਖੰਡੀ ਕਹਾਣੀ ਸੰਗ੍ਰਹਿ ਇਸ ਤੋਂ ਪਹਿਲਾਂ ਉਹ 14ਵਾਂ ਦੀ ਕਿਤਾਬ ਦੇ ਚੁੱਕੇ ਹੈ ਔਰ ਹੁਣ ਪਤਾ ਲੱਗਿਆ ਕਿ ਵੱਡੀਆਂ ਕਹਾਣੀਆਂ ਦੀ ਕਿਤਾਬ ਵੀ ਉਹਨਾਂ ਦੀ ਛਪਾਈ ਅਧੀਨ ਹੈ। ਸੋ ਜਲਦੀ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਸਾਡੇ ਰੂਬਰੂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਮੁਬਾਰਕ ਈਸ਼ਰ ਸਿੰਘ ਲੰਗਵਾਲੀ ਹੋਰਾਂ ਨੂੰ। मेरे सामने बैठिया सन्मानित शख्सियतां कंवल जी, दिलबाग जी, जगीर सद्दर जी, इस कॉलेज के अध्यापक साहिबान ते मंच नूं बड़े ही सुहिरदता नाल चला रहे मेरे वीर प्रीत जी, मेरे सामने सारियां शख्सियतां बहुत ज़्यादा सत्कारयोग ने। मैं सब नूं नमस्कार करदा होया एक गल सब तो पहलां स्पष्ट करा कि मैनू मनजिंदर गोली होरां ने अचनचेत कहा कि किताब बारे तू बोलना है। कारण की सी कि बोलना सीगा प्रोफैसर ब्रह्म जगदीश ने। मैनूं लगदा शायद इत्थे भी उन्हां दा जिक्र होया, कार्ड विच भी सी। सो उन्हां दी सुपत्नी कल शायद कुछ ज़्यादा उन्हां दी तबीयत विगड़ी होने करके वो नहीं आ सके। सो मेरे लिए यह बड़ा वड्डा मेरे तो भार सीगा कि मैं किताब नाल न्याय नहीं कर सकांगा। सो मोरांवाली तो 20 मिनट का रस्ता है। गुरदीप नूं बुलाया, मैं यूनीवर्सिटी चो आया सीगा, मैं कहा तू मेरे को आई, तू गड्डी चलाई, मैं कहानियां पढ़नियां 4 सो 5-7 कहानियां पढ़ियां, लेकिन उहदे विचों जिहड़ी उन्हां दी चेतना हैगी है वो मैनूं समझ लगी। सो उन्नी क मैं गल करांगा। पहली तो गल यह है कि बंदा जो सिरजना करता है वो सिरजक किहो जिहा, उस सिरजक का जीवन आधार किहो जिहा, उस सिरजक ने जिंदगी नूं मुखातब होण दे विच किन्नियां को तलखियां झल्लियां ने ते उहदी प्रमाणिकता किन्नी है जीवन के प्रति। ਇਹਦੇ ਵਿੱਚ ਮੈਨੂੰ ਈਸ਼ਰ ਸਿੰਘ ਲੰਬਾਲੀ ਹੋਰਾਂ ਤੇ ਭੂਰਾ ਵੀ ਸ਼ੱਕ ਨਹੀਂਗਾ ਕਿ ਜ਼ਿੰਦਗੀ ਦੀਆਂ ਤਲਖੀਆਂ ਨੂੰ ਉਹ ਕਿਵੇਂ ਟੱਕਰੇ ਨੇ ਔਰ ਉਸ ਟਕਰਾਹਟ ਦੇ ਵਿੱਚੋਂ ਉਹਨਾਂ ਨੇ ਜ਼ਿੰਦਗੀ ਦੇ ਆਦਰਸ਼ ਨਾਲ ਤੇ ਜ਼ਿੰਦਗੀ ਦੇ ਯਥਾਰਥ ਨਾਲ, ਜ਼ਿੰਦਗੀ ਦਾ ਸੱਚ ਕੀ ਆ, ਸੁਪਨਾ ਕੀ ਆ, ਉਹਨਾਂ ਦੇ ਵਿੱਚ ਕਿਵੇਂ ਜਿਹੜਾ ਤਣਾਅ ਬਣਿਆ ਸੀ ਉਹਨੂੰ ਕਿਵੇਂ ਝੱਲਿਆ ਤੇ ਉਸ ਤਣਾਅ ਨੂੰ ਕਿਵੇਂ ਚਿਤਰਿਆ ਤੇ ਉਹ ਦ੍ਰਿਸ਼ਟੀ ਜਿਹੜੀ ਹਾਸਲ ਕੀਤੀ ਆ, ਮੌਲਿਕ ਦ੍ਰਿਸ਼ਟੀ, ਉਹਦੇ ਨਾਲ ਸਮੁੱਚੇ ਵਰਤਾਰੇ ਨੂੰ ਵੇਖਣ ਦੀ ਇੱਕ ਜਾਂਚ ਸਿੱਖੀ ਹੈ। ਸੋ ਉਸ ਜਾਂਚ ਦੇ ਵਿੱਚ ਮੈਨੂੰ ਕੋਈ ਵੀ ਸ਼ੱਕ ਨਹੀਂਗਾ। ਉਹ ਜੋ ਲਿਖਦੇ ਨੇ ਉਸ ਜਾਂਚ ਵਿੱਚੋਂ ਲਿਖਦੇ ਨੇ ਤੇ ਉਹ ਪੂਰੀ ਪ੍ਰਮਾਣਿਕਤਾ ਨਾਲ ਲਿਖਦੇ ਨੇ। ਇਸ ਲਈ ਇਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਹੈ। ਪਿਛਲੇ ਐਤਵਾਰ ਗੋਲੀ ਜੀ ਆਪਾਂ ਬਹਿ ਜਾਈਏ 10 ਮਿੰਟ ਤਾਂ ਕਿ ਮੂਲ ਗੱਲ ਇਹ ਆ, ਕੇਂਦਰ ਬਾਕੀ ਤਾਂ ਸਾਰੀਆਂ ਮੈਨੂੰ ਲੱਗਦਾ ਜਿਹਦੇ ਹੱਥ ਆਪਾਂ ਇਕੱਠੇ ਹੋਏ ਆ। ਪਿਛਲੇ ਐਤਵਾਰ ਮਲੇਰਕੋਟਲਾ ਵਿਖੇ ਬੁਲਾਇਆ ਗਿਆ ਕਿਤਾਬ ਸੀਗੀ ਅਧਿਆਤਮ ਦਰਸ਼ਨ ਮੇ ਸਭ ਸਮਾਏ। ਟਿਕ ਜੋ ਬਾਬਿਓ, ਕੋਈ ਨਹੀਂ, ਹਾਂ ਹਿੱਲ ਜੁਲ ਹੁੰਦੀ ਨਾ ਉਦੋਂ ਫਿਰ ਉਹਦੀ ਹਿੱਲ ਜੁਲ ਵੀ ਹੋ ਜਾਂਦੀ ਸਾਰੀ। ਉਹ ਬੰਦਾ ਕਹਿੰਦਾ ਮੈਂ ਇੱਕ ਕਿਤਾਬ ਲਿਖੀ ਹੈ, 2 ਮਹੀਨੇ ਤੋਂ ਕਹਿ ਰਿਹਾ ਸੀ ਮੈਂ ਕਿਤਾਬ ਲਿਖੀ ਹੈ ਜਿਹੜੀਆਂ ਸਾਰੀਆਂ ਕਿਤਾਬਾਂ ਤੋਂ ਉੱਪਰ ਦੀ ਗੱਲ ਹੈ। ਉਹ ਕਿਤੇ ਪਹਿਲਾਂ ਮਿਲਿਆ ਸੀ ਮੈਨੂੰ ਸਾਹਿਤ ਅਕੈਡਮੀ ਲੁਧਿਆਣਾ 'ਚ ਚੋਣਾਂ ਵੇਲੇ, ਤੇ ਪਰ ਕਹਿੰਦਾ ਬੋਲਣਾ ਤੁਸੀਂ ਉਹਦੇ ਤੇ, ਕਿਉਂਕਿ ਅਧਿਆਤਮ ਬਾਰੇ ਜਿੰਨੀ ਵਧੀਆ ਜਿੰਨੀ ਕੋਈ ਗੱਲਬਾਤ ਤੁਸੀਂ ਕਰ ਸਕਦੇ ਹੋ, ਮੈਨੂੰ ਨਹੀਂ ਲੱਗਿਆ ਕੋਈ ਬੰਦਾ ਕਰ ਸਕਦਾ।
ਸੋ ਕਹਿਣ ਦੇ ਵਾਰ-ਵਾਰ ਮੈਂ ਗਿਆ, ਮੈਂ ਕਿਤਾਬ ਦੇਖੀ, ਜਦੋਂ ਉਹਦੀ ਕਿਤਾਬ 5-7 ਦਿਨ ਪਹਿਲਾਂ ਮਿਲੀ, ਕਿਤਾਬ ਦੇ ਵਿੱਚ ਪੂਰੇ ਦਾ ਪੂਰਾ ਡਾਕਟਰ ਜਗਦੀਪ ਜੀ ਪੂਰੇ ਦਾ ਪੂਰਾ ਓਸ਼ੋ ਉਹਨੇ ਪੰਜਾਬੀ ਚ ਅਨੁਵਾਦ ਕੀਤਾ ਹੋਇਆ ਸੀਗਾ, ਔਰ ਓਸ਼ੋ ਵੀ ਨਹੀਂ ਸੀ, ਓਸ਼ੋ ਦੇ ਟੁਕੜੇ ਇਕੱਠੇ ਕੀਤੇ ਸੀਗੇ, ਔਰ ਗੱਲ ਇਸ ਤਰ੍ਹਾਂ ਕਹਿ ਰਿਹਾ ਸੀਗਾ ਵੀ ਜਿਵੇਂ ਕੋਈ ਬੰਦਾ ਬਹੁਤ ਵੱਡਾ ਗੁਰੂ ਜਿਹੜਾ ਹੈਗਾ ਉਹ ਕਹਿ ਰਿਹਾ ਹੈਗਾ। ਸੋ ਜਦੋਂ ਮੈਂ ਉਹਨੂੰ ਅਧਿਆਤਮ ਦੇ ਅਰਥ ਦੱਸੇ ਵੀ ਅਧਿਆਤਮ ਦੇ ਅਰਥ ਕੀ, ਪਹਿਲਾਂ ਆਤਮ ਦੇ ਅਰਥ ਕੀ ਆ, ਫਿਰ ਅਧੇ ਕਿਉਂ ਲੱਗਾ ਕਿ ਅਧਿਆਤਮ ਕੀ ਹੈ, ਤੇ ਦਰਸ਼ਨ ਕੀ ਹੈ, ਤੇ ਦਰਸ਼ਨ ਤੇ ਫਿਲਾਸਫੀ 'ਚ ਫਰਕ ਕੀ ਹੈ, ਜਦੋਂ 5-7 ਗੱਲਾਂ ਕੀਤੀਆਂ ਤੇ ਫਿਰ ਉਹਦੀਆਂ ਜਿਹੜੀਆਂ ਮੁਖਾਤਬ ਹੋਇਆ ਸੀ ਲੋਕਾਂ ਨੂੰ, ਉਹ ਗੱਲਾਂ ਕੀਤੀਆਂ, ਉਹ ਤਿਲ ਮਿਲਾਇਆ ਇੱਕਦਮ, ਬੈਠਾ ਬੈਠਾ ਨਾਲ ਤਿਲ ਮਿਲਾਇਆ। ਮੈਂ ਕਿਹਾ ਗੱਲ ਰੋਕ ਦਿਆਂ, ਮੈਂ ਇਹ ਗੱਲ ਪੁੱਛੀ ਨੂੰ, ਮੈਂ ਕਿਹਾ ਰੋਕ ਦਿਆਂ ਜੇ ਇੰਨੀ ਜ਼ਿਆਦਾ ਤਿਲ ਮਿਲਾਹਟ ਹੈ ਤਾਂ? ਕਹਿੰਦਾ ਨਹੀਂ ਜੀ ਕਰੋ, ਬਾਕੀ ਸਾਰੇ ਉਹ ਬੁੱਟਰ ਹੋਰੀ ਸੀਗੇ, ਦਰਸ਼ਨ ਬੁੱਟਰ ਹੋਰੀ, ਪਵਨ ਹਰਚੰਦਪੁਰੀ ਪ੍ਰਧਾਨਗੀ ਮੰਡਲ 'ਚ ਬੈਠੇ ਸੀਗੇ, ਨਹੀਂ ਜੀ ਕਹਿੰਦੇ ਗੱਲ ਤਾਂ ਜਾਰੀ ਰੱਖੋ। ਮੈਂ ਗੱਲ ਜਾਰੀ ਰੱਖੀ ਤੇ ਉਹ ਬੰਦਾ, ਉਹਦੇ ਰੰਗ ਜਿਹੜੇ ਸੀਗੇ, ਉਸ ਤੋਂ ਬਾਅਦ ਜਿਹੜੇ ਹੋਰ ਤਾਇਦ ਕਰਨ ਵਾਲੇ ਸੀ ਪੇਪਰ ਦੀ ਜਾਂ ਜਿਹੜਾ ਗੱਲਾਂ ਦੀ, ਪੇਪਰ ਤਾਂ ਨਹੀਂ ਲਿਖਿਆ ਸੀ ਵੈਸੇ ਵਿਚਾਰ ਸਨ, ਉਹ ਸਾਰਿਆਂ ਨੇ ਉਹ ਗੱਲ ਤੇ ਉੱਤੇ ਪਹਿਰਾ ਦਿੱਤਾ। ਉਸ ਤੋਂ ਬਾਅਦ ਉਹ ਬੰਦੇ ਦੀ ਵਰਡਿੰਗ ਪਤਾ ਕੀ ਸੀਗੀ, ਕਹਿੰਦਾ ਮੈਂ 30-35 ਹਜ਼ਾਰ ਰੁਪਇਆ ਐਵੇਂ ਹੀ ਖਰਚਿਆ। ਮੈਂ ਉਹਨੂੰ ਆਉਣ ਲੱਗਾ ਕਿ ਕਿਹਾ, ਮੈਂ ਕਿਹਾ ਮਿੱਤਰਾ ਤੂੰ ਅਧਿਆਤਮਕ ਨਹੀਂ ਗਾ, ਇਹ ਮੈਂ ਤੈਨੂੰ ਪਹਿਲਾਂ ਫੋਨ ਤੇ ਵੀ ਦੱਸਤਾ ਸੀਗਾ, ਤੇ ਹੁਣ ਤੂੰ ਪੈਸੇ ਦਾ ਹਿਸਾਬ ਕਿਤਾਬ ਲਾਉਣ ਲੱਗ ਗਿਆ ਵੀ ਪੈਸੇ ਖਰਚੇ, ਇਸ ਕਰਕੇ ਮੇਰੀ ਵਡਿਆਈ ਹੋਣੀ ਚਾਹੀਦੀ ਸੀਗੀ। ਸੋ ਕਿੱਥੇ ਅਧਿਆਤਮ ਦਰਸ਼ਨ, ਤੇ ਕਿੱਥੇ ਉਹਦੇ 'ਚ ਸਾਰੀ ਦੁਨੀਆ ਨੂੰ ਸਮਾ ਰਿਹਾ ਹੈ, ਤੇ ਕਿੱਥੇ ਉਹ ਕਿਤਾਬ, ਤੇ ਕਿੱਥੇ ਤੇਰੀ ਜਿਹੜੀ ਹੋਂਦ, ਇਹਨਾਂ 'ਚ ਬੜਾ ਵੱਡਾ ਪਾੜਾ ਹੈ। ਸੋ ਕਿਰਪਾ ਕਰ ਪਹਿਲਾਂ ਵਾਕ ਬਣਤਰ ਸਿੱਖ ਲਾ ਵਾਰਤਕ ਦੀ, ਪੰਜਾਬੀ ਵਾਰਤਕ ਦੀ, ਦਰਸ਼ਨ ਸਿੱਖ ਲਾ ਕੀ ਹੁੰਦਾ ਹੈ, ਤੇ ਕਿਸੇ ਚੀਜ਼ ਨੂੰ ਕਿਵੇਂ ਪੇਸ਼ ਕਰਨਾ ਇਹ ਸਿੱਖ ਲਾ, ਇਹ ਮੇਰੀ ਬੇਨਤੀ ਹੈ ਜੇ ਤੂੰ ਕਰ ਸਕੇ ਤਾਂ। ਇਹ ਦਰਸ਼ਨ ਦੀ ਇਹ ਘਟਨਾ ਦਾ ਦੱਸਣ ਦਾ ਮੇਰਾ ਮਤਲਬ ਇੰਨਾ ਹੀ ਸੀਗਾ ਕਿ ਇਸ ਤਰ੍ਹਾਂ ਦੀਆਂ ਬਹੁਤ ਕਿਤਾਬਾਂ ਪੰਜਾਬੀ ਜਗਤ ਵਿੱਚ ਆ ਰਹੀਆਂ ਨੇ, ਔਰ ਮੈਂ ਕਈ ਵਾਰ ਦੇਖਦਾ ਕਿ ਬੰਦੇ ਅੰਦਰ ਜਿਹੜੇ ਵਿਕਾਰ ਨੇ, ਮੂਲ ਤੌਰ ਤੇ ਹੰਕਾਰ ਹੈ ਜਾਂ ਉਹਦੀ ਸ਼ੋਭਾ ਕਰਨੀ, ਉਹਨੇ ਕੋਈ ਹੋਲਡਿੰਗ ਜੇ ਲਾ ਕੇ ਕਰ ਦਿੰਦਾ ਹੈਗਾ ਮਾੜਾ ਮੋਟਾ ਵੀ ਅੱਜ ਸਾਡਾ ਆਹ ਬਣਿਆ, ਮੰਤਰੀ ਬਣਿਆ, ਸਾਡਾ ਉਹ ਬਣਿਆ, ਵੱਡੇ ਵੱਡੇ ਹੋਲਡਿੰਗ ਲਾ ਦਿੰਦਾ, ਆਪਦੀ ਫੋਟੋ ਨਾਲ ਲਾ ਦਿੰਦਾ। ਤੇ ਮੈਨੂੰ ਲੱਗਦਾ ਹੁੰਦਾ ਕਿ ਲੇਖਕ ਵੀ ਕਈ ਵਾਰਾਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਮੈਂ ਕੁਝ ਵੀ ਕੱਚਾ ਪਿੱਲਾ ਹੋਵੇ ਛਪਵਾ ਦਿਆਂ, ਇੱਕ ਵਾਰ ਛਪਵਾ ਕੇ, ਤੇ ਜਿਹੜੀ ਮੇਰੀ ਕਿਤਾਬ ਹੈ ਉਹ ਹੱਥ 'ਚ ਫੜੀ ਹੋਈ ਉਹ ਫੋਟੋ ਦੇਖ ਜੇ ਬਸ ਅਖਬਾਰ ਦੇ ਵਿੱਚ, ਤੇ ਫਿਰ ਮੈਂ ਉਹਨੂੰ ਲੋਕਾਂ 'ਚ ਲੈ ਕੇ ਜਾਵਾਂ, ਵੰਡਾਂ ਉਹਨਾਂ ਨੂੰ। ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਦੀ ਗੱਲ, ਲਾਂਬਾ ਅਲੀ ਜੀ ਨੂੰ ਮੇਰਾ ਸਲਾਮ ਕਰਨ ਨੂੰ ਦਿਲ ਕਰਦਾ ਕਿ ਇਹਨਾਂ ਦਾ ਜੀਵਨ, ਇਹਨਾਂ ਦਾ ਬਚਪਨ, ਇਹਨਾਂ ਦੀ ਜਵਾਨੀ ਤੇ ਇਹਨਾਂ ਦੀ ਪ੍ਰਮਾਣਿਕਤਾ ਹੁਣ ਤੱਕ ਦੀ ਉਹ ਸਲਾਹੁਣਯੋਗ ਹੈ, ਮਾਨਵਤਾ ਪੱਖੀ ਹੈ, ਪ੍ਰਗਤੀਮੁਖੀ ਹੈ। 5-7 ਕਹਾਣੀਆਂ ਜਿਹੜੀਆਂ ਮੈਂ ਪੜ੍ਹੀਆਂ ਉਹਨਾਂ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ ਕਿ ਉਸ ਕਹਾਣੀਆਂ 'ਚੋਂ ਇਹ ਲੈਣਾ ਕੀ ਚਾਹੁੰਦੇ ਨੇ। ਪਹਿਲਾਂ ਇਹ ਹੈ ਕਿ ਮਿੰਨੀ ਕਹਾਣੀ ਹੈ ਕੀ ਹੈ। ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲ ਵੈਸੇ ਪ੍ਰੀਤ ਜੀ ਕਰ ਚੁੱਕੇ ਨੇ, ਪਰ ਮਿੰਨੀ ਕਹਾਣੀ ਦੇ ਵਿੱਚ ਬਿਨਾਂ ਸ਼ੱਕ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਪੰਜਾਬੀ ਮੋਹ ਵਾਲੇ ਬੰਦੇ ਨੇ ਜਾਂ ਵਿਰਾਸਤੀ ਮੋਹ ਵਾਲੇ ਨੇ, ਆਪਾਂ ਕਹਿ ਦਿੰਦੇ ਹਾਂ ਕਿ ਇਹ ਤਾਂ ਜੀ ਸਾਡਾ ਪੰਚਤੰਤਰ ਤੋਂ ਆਈ ਹੈ, ਸਾਡੇ ਵੈਦਿਕ ਸਾਹਿਤ ਵਿੱਚੋਂ ਆਈ ਹੈ, ਇਹ ਗਿਆਨ ਰਤਨਾਵਲੀ ਵਿੱਚ ਵੀ ਸੀ, ਇਹ ਜਨਮ ਸਾਖੀਆਂ ਵਿੱਚ ਵੀ ਸੀ ਬਾਬਿਆਂ ਦੇ। ਪਰ ਬਿਨਾਂ ਸ਼ੱਕ ਅੰਸ਼ ਮਿਲ ਸਕਦੇ ਨੇ, ਕਿਉਂਕਿ ਜਦੋਂ ਵੀ ਕਿਸੇ ਵੱਡੇ ਵਡੇਰੇ ਨੇ ਗੱਲ ਸਮਝਾਉਣੀ ਹੁੰਦੀ ਸੀ ਤਾਂ ਉਹ ਗਦ ਰੂਪ ਵਿੱਚ, ਪਦ ਰੂਪ ਵਿੱਚ ਹੀ ਸਮਝਾਉਣੀ ਸੀ, ਕੋਈ ਘਟਨਾ ਬਿਆਨ ਕਰਕੇ ਸਮਝਾਉਣੀ ਸੀ। ਪਰ ਇਹਦਾ ਅਸਲੀ ਰੂਪ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਜਾਂ ਅੰਗਰੇਜ਼ੀ ਸਾਹਿਤ ਨਾਲ ਸਾਡਾ ਵਾਹ ਪੈਣ ਤੋਂ ਬਾਅਦ ਹੀ ਅਸਲ ਵਿੱਚ ਆਇਆ ਹੈ, ਉਹ ਰੂਪ ਜਿਹੜਾ ਹੁਣ ਰੂਪ ਹੈਗਾ। ਤੇ ਦੂਸਰੀ ਗੱਲ ਕਿ ਇਹ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਦੋਂ ਮੰਨੀ ਜਾਂਦੀ ਹੈਗੀ ਹੈ। ਕੁਝ ਲੋਕ ਇਹਨੂੰ ਮੰਨਦੇ ਨੇ ਕਿ ਜਸਵੰਤ ਕੰਵਲ ਨੇ 1944 ਦੇ ਵਿੱਚ ਕਿਤਾਬ ਛਾਪੀ ਸੀ ਜੀਵਨ ਕਣੀਆਂ, ਤਾਂ ਉਦੋਂ ਕਿਤੇ। ਫਿਰ ਕੁਝ ਕਹਿੰਦੇ ਨੇ ਨਹੀਂ, ਸਤਵੰਤ ਕੈਂਥ ਦੀ ਇੱਕ ਕਿਤਾਬ ਆਈ ਸੀਗੀ ਬਰਫੀ ਦਾ ਟੁਕੜਾ, ਉਹਦੇ ਰਾਹੀਂ ਆਈ ਹੈ। ਕੁਝ ਕਹਿੰਦੇ ਨੇ ਨਹੀਂ, ਇੱਕ ਤੇਜਵੰਤ ਮਾਨ ਨੇ ਕਹਾਣੀ ਲਿਖੀ ਸੀਗੀ ਲਾਸ਼, ਨਾਗਮਣੀ 'ਚ ਛਪੀ ਸੀਗੀ ਤੇ ਉੱਥੋਂ ਆਈ ਹੈਗੀ ਆ। ਪਰ ਇਹਦੇ ਤੇ ਇੱਕ ਮਤ ਨਹੀਂ ਹੋਇਆ ਜਾ ਸਕਦਾ। ਇੰਨਾ ਜ਼ਰੂਰ ਆਪਾਂ ਕਹਾਂਗੇ ਕਿ ਕਹਾਣੀ ਇਹਦਾ ਰੂਪ ਕੀ ਹੁੰਦਾ ਹੈਗਾ। ਇਹਦੇ ਵਿੱਚ ਦੇਖੋ ਕਥਾਨ, ਜਿਹਨੂੰ ਆਪਾਂ ਕਹਿੰਦੇ ਹਾਂ ਵਸਤੂ, ਜਿਹੜਾ ਇਹਦੀ ਸਮੱਗਰੀ ਹੈਗੀ ਹੈ, ਜਿੱਥੇ ਕਹਾਣੀ ਸਿਰਜੀ ਜਾਂਦੀ, ਉਹ ਪਲਾਟ ਜਿਹੜਾ ਹੈਗਾ ਉਹ ਤਾਂ ਹੋਣਾ ਹੀ ਹੋਣਾ ਹੈਗਾ, ਚਾਹੇ ਵੱਡੀ ਕਹਾਣੀ ਹੈ, ਚਾਹੇ ਛੋਟੀ ਹੈ, ਚਾਹੇ ਨਾਵਲ ਹੈ, ਇਹਦੇ ਬਿਨਾਂ ਤਾਂ ਗੱਲ ਬਣਦੀ ਨਹੀਂ ਗਈ। ਪਰ ਇਹਦਾ ਇੱਕ ਉਹਨਾਂ ਨਾਲ ਨਖੇੜ ਕੀ ਹੈ ਕਿ ਇਹ ਲਘੂ ਹੁੰਦੀ ਹੈ, ਛੋਟੀ ਹੁੰਦੀ ਹੈ।
ਅੱਧੇ ਪੰਨੇ ਦੀ ਵੀ ਹੋ ਸਕਦੀ ਹੈ, ਇੱਕ ਪੰਨੇ ਦੀ ਵੀ ਹੋ ਸਕਦੀ ਹੈ, ਇੱਕ ਲਾਈਨ ਦੀ ਵੀ ਹੋ ਸਕਦੀ ਹੈ, ਇੱਕ ਸਤਰ ਦੀ ਵੀ ਹੋ ਸਕਦੀ ਹੈ। ਤੀਸਰਾ ਜਿਹੜਾ ਇਹਦੇ 'ਚ ਹੈ ਕਿ ਇੱਕ ਛਿਨ ਪਕੜਨਾ ਹੁੰਦਾ ਲੇਖਕ ਨੇ। ਉਹ ਜਿਹੜਾ ਮਹੱਤਵਪੂਰਨ ਛਿਨ ਹੈ ਉਹ ਕਿਵੇਂ ਪਕੜਿਆ ਜਾਊਗਾ, ਕਿਉਂਕਿ ਅਸੀਂ ਗੁਜ਼ਰਦੇ ਹਾਂ, ਹਰ ਬੰਦਾ ਗੁਜ਼ਰਦਾ ਹੈ। ਜਿਹੜਾ ਗੁਜ਼ਰਨ ਵਾਲਾ ਬੰਦਾ ਹੈ ਉਹਦੇ ਅੰਦਰ ਮਿਕਨਾਤੀਸੀ ਖਿੱਚ ਕਿਹੋ ਜਿਹੀ ਹੈ, ਉਹ ਕਿਹੜੀਆਂ ਚੀਜ਼ਾਂ ਨੂੰ ਚੁਣਦਾ ਹੈ, ਇਹ ਉਹਦੀ ਬੰਦੇ ਦੀ ਆਪਦੀ ਪ੍ਰਤਿਭਾ ਤੇ ਨਿਰਭਰ ਹੈ। ਹੁਣ ਜਿਵੇਂ ਭਾਈ ਵੀਰ ਸਿੰਘ ਗੁਲਾਬ ਦੇ ਫੁੱਲ ਕੋਲੋਂ ਗੁਜ਼ਰਦਾ ਹੈ ਤਾਂ ਉਹਨੂੰ ਵਿੱਚੋਂ ਕਹਿ ਦਿੰਦਾ, ਮੇਰੇ ਸਾਈਆਂ ਜੀ ਤੁਸੀਂ ਕਿਵੇਂ ਆ ਗਏ ਇਸ ਛੋਟੀ ਜਿਹੀ ਗੋਦ ਵਿੱਚ। ਭਾਈ ਵੀਰ ਸਿੰਘ ਇਹ ਹੈਰਾਨੀ ਹੋ ਰਹੀ ਹੈਗੀ ਵੀ ਛੋਟਾ ਜਿਹਾ ਫੁੱਲ ਹੈ, ਤੂੰ ਕਿਵੇਂ ਬਹਿ ਗਿਆ ਵਿੱਚ ਆ ਕੇ। ਅਸੀਂ ਕਿੰਨੇ ਲੋਕ ਆ ਜਿਹੜੇ ਗੁਜ਼ਰਦੇ ਆ, ਫਿਰ ਕਿੰਨੇ ਫੁੱਲ ਤੋੜ ਕੇ ਗਾਂਹ ਜਾਂਦੇ ਹੈਗੇ ਆ। ਲੇਕਿਨ ਭਾਈ ਵੀਰ ਸਿੰਘ ਦੀ ਇੱਕ ਦੇਖਣ ਦੀ ਉਹ ਪ੍ਰਤਿਭਾ ਹੈਗੀ ਆ, ਦ੍ਰਿਸ਼ਟੀ ਹੈ ਕਿ ਰੱਬ ਨੂੰ ਬੈਠਾ ਦੇਖ ਲੈਂਦਾ ਵਿੱਚ ਉਹਦੇ। ਸੋ ਐਵੇਂ ਹੀ ਕਹਾਣੀ ਦੇ ਵਿੱਚ ਜਿਹਨੇ ਛਿਨ ਨੂੰ ਪਕੜਨਾ ਹੁੰਦਾ, ਉਹ ਲੇਖਕ ਦੀ ਪ੍ਰਤਿਭਾ ਕਿਹੋ ਜਿਹੀ ਆ, ਕਿਹੜੀਆਂ ਗੱਲਾਂ ਨੂੰ ਪਕੜਦਾ ਹੈ, ਉਹਦੀ ਮਹਾਨਤਾ ਛਿਪੀ ਹੁੰਦੀ ਹੈ। ਚੌਥੀ ਗੱਲ ਇਹਦੇ 'ਚ ਵਿਅੰਗ ਜ਼ਰੂਰ ਚਾਹੀਦਾ, ਸਾਦੀ ਗੱਲ ਨਹੀਂ ਹੁੰਦੀ ਗੀ, ਵਿਅੰਗ ਅਰਥੀ ਗੱਲ ਹੁੰਦੀ ਹੈ। ਔਰ ਵਿਅੰਗ ਜਿਹੜਾ ਹੈਗਾ ਦੋ ਧਾਰੀ ਤਲਵਾਰ ਹੁੰਦਾ ਹੈਗਾ। ਲੇਖਕ ਦਾ ਵਿਅੰਗ ਜਿਹੜਾ ਹੈਗਾ ਕੱਲਾ ਦੂਜੇ ਵੱਲ ਨਹੀਂ ਜਾਂਦਾ, ਆਪਣੇ ਵੱਲ ਵੀ ਜਾਂਦਾ। ਜਿਹੜਾ ਘਟੀਆ ਵਿਅੰਗ ਹੁੰਦਾ ਹੈਗਾ ਉਹ ਸਿਰਫ ਦੂਸਰੇ ਨੂੰ ਮਾਰ ਕਰਦਾ ਹੈਗਾ। ਔਰ ਅਗਲਾ ਜਿਹੜਾ ਹੈਗਾ ਇਹਦਾ ਸੂਤਰ ਰੂਪ ਹੁੰਦਾ ਹੈਗਾ, ਲੜੀਬੱਧ ਛੋਟਾ ਰੂਪ ਹੁੰਦਾ ਹੈਗਾ, ਖਿੰਡੀ ਨਹੀਂ ਹੁੰਦੀ ਗੀ, ਉੱਥੇ ਕੇਂਦਰਿਤ ਹੁੰਦੀ ਹੈਗੀ ਹੈ। ਔਰ ਅਗਲਾ ਹੈ ਤੱਤ ਇਹਦੇ ਵਿੱਚ ਅਰਥ ਸੰਚਾਰ ਸਰਲ ਹੋਣਾ ਚਾਹੀਦਾ, ਗੁੰਝਲਦਾਰ ਨਹੀਂ ਹੋਣਾ ਚਾਹੀਦਾ ਹੈਗਾ ਕਿ ਜਿਹੜਾ ਪਾਠਕ ਹੈ ਉਹ ਪਹਿਲੀ ਸਤਰ ਤੋਂ ਲੈ ਕੇ ਉਹਦੇ ਨਾਲ ਜੁੜ ਜੇ, ਖਿੰਡੇ ਨਾ ਉਹਦੀ ਬਿਰਤੀ। ਔਰ ਅਗਲੀ ਗੱਲ ਜਿਹੜੀਆਂ ਬਹੁਤ ਘੱਟ ਮਿੰਨੀ ਕਹਾਣੀਆਂ 'ਚ ਦੇਖਣ ਨੂੰ ਮਿਲਦੀ ਹੈ ਉਹ ਹੈਗੀ ਹੈ ਗੰਭੀਰ ਚਿੰਤਨ। ਛੋਟੀ ਜੀ ਗੱਲ ਦੇ ਵਿੱਚ ਹੀ ਵੱਡੀ ਗੱਲ ਕਹਿ ਦੇਣੀ, ਛੋਟੀ ਗੱਲ ਦੇ ਰਾਹੀਂ ਹੀ, ਛੋਟੀ ਘਟਨਾ ਰਾਹੀਂ ਹੀ ਪੂਰੇ ਸਮਾਜ ਦਾ ਖਾਕਾ ਚਿੱਤਰ ਦੇਣਾ, ਇਹ ਚਿੱਤਰਨ ਆ ਉਹਦਾ। ਔਰ ਅਗਲੀ ਗੱਲ ਕੀ ਹੈ ਕਿ ਉਹਦੇ 'ਚ ਗਿੱਲਾਪੀਨ ਨਹੀਂ ਪਾਉਣਾ ਉਹਨੇ, ਸੰਕੇਤਕ ਪ੍ਰਗਟਾ। ਗੱਲ ਕਹਿ ਕੇ ਖਤਮ ਕਰਕੇ ਸਿਖਰ ਤੇ ਖਤਮ ਕਰਨੀ ਹੁੰਦੀ ਹੈ, ਉਹਦੇ ਅੱਗੇ ਕਿਉਂਕਿ ਲਾ ਕੇ ਅੱਗੇ ਵਧਾਉਣੀ ਨਹੀਂ ਹੁੰਦੀ ਗੱਲ। ਤੇ ਇੱਕ ਇਹਦੇ 'ਚ ਹੋਰ ਮਹੱਤਵਪੂਰਨ ਗੱਲ ਹੈ ਜਿਹੜਾ ਸਿਰਲੇਖ ਹੈ। ਕਈ ਵਾਰ ਕਹਾਣੀ ਨਹੀਂ ਉਨੀ ਸਮਝਾਉਂਦੀ ਜਿੰਨਾ ਸਿਰਲੇਖ ਸਮਝਾ ਜਾਂਦਾ ਹੈ। ਕਹਾਣੀ ਉਹ ਸਿਰਲੇਖ ਵੀ ਜਿਹੜਾ ਹੈਗਾ ਉਹ ਬਹੁਤ ਧਿਆਨ ਦੇ ਨਾਲ ਇਹਨੂੰ ਦੇਣਾ ਪੈਂਦਾ ਹੈਗਾ ਕਹਾਣੀ ਨੂੰ। ਸੋ ਮਨੁੱਖੀ ਜ਼ਿੰਦਗੀ ਦੇ ਜਿਹੜੇ ਅਹਿਮ ਪੜਾਅ ਨੇ ਉਹਨਾਂ ਨੂੰ ਸੰਜੀਦਗੀ ਦੇ ਨਾਲ ਕਿਵੇਂ ਪਕੜਨਾ, ਕਿਵੇਂ ਪੇਸ਼ ਕਰਨਾ, ਇਹ ਇੱਕ ਕਹਾਣੀਕਾਰ ਦਾ, ਮਿੰਨੀ ਕਹਾਣੀਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ। ਉਹਦਾ ਕਿਰਦਾਰ ਹੁੰਦਾ ਹੈ, ਉਹਦੀ ਭਾਵਨਾ ਹੁੰਦੀ ਹੈ। ਸੋ ਇਹਨਾਂ ਨੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਤੇ ਕਿਤੇ ਟਪਲਾ ਖਾਧਾ, ਐ ਨਹੀਂ ਕਹਿੰਦੇ ਕਿ ਸਾਰੇ ਤੱਤ ਜਿਹੜੇ ਹੈਗੇ ਨੇ ਇਹਨਾਂ ਕੋਲੇ ਹੈਗੇ ਨੇ, ਟਪਲਾ ਵੀ ਖਾਧਾ ਹੈਗਾ। ਬਹੁਤ ਸਰਲ ਵੀ ਗੱਲਾਂ ਕੀਤੀਆਂ ਨੇ, ਬਹੁਤ ਅੱਛੀਆਂ ਵੀ ਗੱਲਾਂ ਕੀਤੀਆਂ ਨੇ। ਪਹਿਲੀ ਕਹਾਣੀ ਨਿੱਤਰੀਆਂ ਖੁਸ਼ਬੂਆਂ। ਤਲਾਕ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਔਰਤ ਦੁਆਰਾ ਮਿਲਦੀ ਹੈ ਤਾਂ ਉਹ ਆਪਸ ਵਿੱਚ ਮੁੰਡੇ ਨੂੰ ਦੇਖਦਾ ਜਿਹੜਾ ਡਾਕਟਰ ਹੈਗਾ, ਤੇ ਕੁਝ ਸਮੇਂ ਬਾਅਦ ਉਹ ਲੜਕੀ ਦੇਖਦੀ ਹੈ, ਇੱਕ ਦੂਜੇ ਵੱਲ ਖਿੱਚੇ ਜਾਂਦੇ ਨੇ, ਦੁਬਾਰਾ ਇੱਕ ਹੋ ਜਾਂਦੇ ਨੇ। ਗੱਲ ਤਾਂ ਇੰਨੀ ਕੁ ਹੈ, ਪਰ ਜੇ ਤੁਸੀਂ ਇਹਦੀਆਂ ਵਿੱਥਾਂ ਵਿੱਚੋਂ ਗੱਲ ਕੱਢਣੀ ਹੋਵੇ ਕਿ ਉਹ ਵਕਫਾ ਉਹੀ ਬੰਦਾ ਹੈ, ਉਹੀ ਔਰਤ ਹੈ, ਉਸ ਵੇਲੇ ਕਿਉਂ ਚਲੀ ਗਈ, ਇੰਨੇ ਸਮੇਂ ਬਾਅਦ ਕਿਉਂ ਉਹਨੂੰ ਉਹਦੇ ਪ੍ਰਤੀ ਖਿੱਚ ਜਾਗੀ, ਤਾਂ ਉਹਦੇ ਵਿੱਚ ਮਨੁੱਖੀ ਸੁਭਾਅ, ਮਨੁੱਖੀ ਧਿਆਨ, ਮਨੁੱਖੀ ਮਨ ਦਾ ਖਾਕਾ, ਚੇਤਨ, ਅਵਚੇਤਨ, ਅਚੇਤਨ, ਤੁਹਾਨੂੰ ਉਹਦਾ ਸਾਰਾ ਦ੍ਰਿਸ਼ ਪੇਸ਼ ਹੁੰਦਾ ਹੈ। ਮਹਾਤਮਾ ਬੁੱਧ ਨੇ ਕਿਤੇ ਕਿਹਾ ਸੀਗਾ, ਮੈਨੂੰ ਗੱਲ ਯਾਦ ਆਈ ਜਦੋਂ ਮੈਂ ਪੜ੍ਹ ਰਿਹਾ ਸੀਗਾ, ਕਿਸੇ ਆਪਣੇ ਉਪਾਸ਼ਕ ਨੂੰ ਜਿਹੜਾ ਬਹੁਤ ਮਿਹਨਤ ਕਰ ਰਿਹਾ ਸੀਗਾ ਰੱਬ ਨੂੰ ਪਾਉਣ ਵਾਸਤੇ, ਸਵੈ ਨੂੰ ਪਾਉਣ ਵਾਸਤੇ, ਬਹੁਤ ਗੁਰੂਆਂ ਕੋਲੇ ਗਿਆ ਸੀ, ਤਾਂ ਉਹਨੇ ਕਿਹਾ ਸੀਗਾ ਕਿ ਇੱਕ ਇੰਝ ਕਰ, ਪਾਣੀ ਦੇ ਕੋਲ ਜਾ ਕੇ ਬੈਠ ਜਿਹੜਾ ਵਗ ਰਿਹਾ ਹੋਵੇ, ਤੇ ਫਿਰ ਉਸ ਪਾਣੀ ਜਾ ਕੇ ਬੈਠ ਜਿਹੜਾ ਪਾਣੀ ਸਰੋਵਰ ਦਾ ਹੋਵੇ, ਦੋਵਾਂ 'ਚ ਫਰਕ ਦੱਸੀ। ਤਾਂ ਜਿਹੜਾ ਵਗ ਰਿਹਾ ਪਾਣੀ ਸੀਗਾ ਉਥਲ ਪੁਥਲ ਵਾਲਾ ਸੀ, ਉਹਦੇ ਥੱਲੇ ਦੀ ਕੋਈ ਤਲਾ ਨਹੀਂ ਦਿਸ ਰਿਹਾ ਸੀਗਾ, ਤੇ ਜਿਹੜਾ ਸਰੋਵਰ ਦਾ ਪਾਣੀ ਸੀਗਾ ਉਹਦੇ ਵਿੱਚ ਦੀ ਡਲਕ ਮਾਰਦਾ ਪਾਣੀ ਸੀ, ਉਹਦੇ ਵਿੱਚ ਸਭ ਕੁਝ ਦਿਸ ਰਿਹਾ ਸੀਗਾ। ਸੋ ਮਹਾਤਮਾ ਬੁੱਧ ਨੇ ਕਿਹਾ ਸੀਗਾ ਕਿ ਜੇ ਤੂੰ ਆਪਣੇ ਮਨ ਨੂੰ ਨਿਤਾਰਨਾ ਹੈ, ਆਪਣੇ ਵਿਚਾਰਾਂ ਨੂੰ, ਤੇ ਤੈਨੂੰ ਖੜਨਾ ਪਵੇਗਾ, ਰੁਕਣਾ ਪਵੇਗਾ, ਤੈਨੂੰ ਰੁਕ ਕੇ ਦੇਖ ਆਪਣੇ ਵੱਲ।
ਸੋ ਮੈਨੂੰ ਲੱਗਦਾ ਕਿ ਜਿਹੜੀ ਨਿੱਤਰੀ ਖੁਸ਼ਬੂ ਹੈ ਉਹ ਉਹਨੇ ਉਸ ਸਮੇਂ ਦੌਰਾਨ ਦੇਖਿਆ, ਕਿਉਂਕਿ ਜਦੋਂ ਦੁੱਖ ਬੰਦੇ ਤੇ ਘਟਦਾ ਹੈ ਤੇ ਦੁੱਖ ਤੋਂ ਬਾਅਦ ਉਹ ਆਪਣੇ ਸਵੈ ਵੱਲ ਮੁੜਦਾ ਹੈ, ਔਰ ਸਵੈ ਵੱਲ ਜਦੋਂ ਮੁੜਦਾ ਹੈ ਤਾਂ ਉਸ ਵੇਲੇ ਫਿਰ ਉਹ ਆਪਣੇ ਅੰਦਰਲੀਆਂ ਗੁੰਝਲਾਂ, ਆਪਣੇ ਅੰਦਰਲੇ ਵਿਕਾਰ, ਆਪਣੇ ਅੰਦਰਲੇ ਦੁੱਖ ਕਸ਼ਟ ਈਰਖਾਵਾਂ ਬੜਾ ਕੁਝ ਦੇਖਦਾ ਹੈ। ਉਹ ਜਦੋਂ ਉਹਨਾਂ ਨੂੰ ਦੇਖਦਾ ਹੈ ਤਾਂ ਫਿਰ ਉਹ ਹੌਲੀ ਹੌਲੀ ਉਹਨਾਂ 'ਚ ਨਖੇੜਾ ਵੀ ਪੈਦਾ ਕਰ ਲੈਂਦਾ ਕਿ ਕੰਕੜ ਕਿਹੜੇ ਨੇ, ਮੋਤੀ ਕਿਹੜੇ ਨੇ, ਕਿਹੜੇ ਮੈਂ ਰੱਖਣੇ ਨੇ ਔਰ ਕਿਹੜੇ ਪਾਸੇ ਕਰਨੇ ਨੇ। ਸੋ ਇਹ ਨਿੱਤਰੀ ਖੁਸ਼ਬੂ ਉਸ ਕਹਾਣੀ ਹੈ ਕਿ ਬੰਦਾ ਕੁਝ ਵਕਫੇ ਬਾਅਦ ਕਿਵੇਂ ਉਸ ਨੂੰ ਅਪਣਾਉਂਦਾ ਹੈ, ਕਿਵੇਂ ਉਹ ਰਿਸ਼ਤਾ ਬਣਦਾ ਹੈਗਾ। ਦੂਸਰੀ ਕਹਾਣੀ ਹੈਗੀ ਆ ਮੰਤਰੀ ਦੀ ਮੀਸਣੀ ਹਾਸੀ। ਇਹ ਅਕਸਰ ਹੀ ਹੈ ਪ੍ਰਗਤੀਕ ਕਹਾਣੀ। ਇਹਨਾਂ ਨੇ ਮੰਤਰੀਆਂ ਬਾਰੇ 5-7 ਕਹਾਣੀਆਂ ਮੈਂ ਜਦੋਂ ਫਰੋਲੀ ਕਿਤਾਬ ਦੇਖੀਆਂ ਸੀਗੀਆਂ ਕਿ ਉਹਦੇ 'ਚ ਚੋਟ ਬੜੀ ਲਾਉਂਦੇ ਨੇ ਕਿ ਜਿਹੜਾ ਸਾਨੂੰ ਸਿਸਟਮ ਦਿੱਤਾ ਇਹ ਹੁਣ ਤੱਕ ਆਜ਼ਾਦੀ ਤੋਂ ਬਾਅਦ, ਉਹ ਇੰਨਾ ਭੁੱਖਾ ਸਿਸਟਮ ਹੈ, ਭੁੱਖ ਮਿਟ ਹੀ ਨਹੀਂ ਰਹੀ ਕਿ ਸਾਡੇ ਪੰਜਾਬੀਆਂ ਦੀ। ਜਾਂ ਇਹਦਾ ਕਾਰਨ ਕੀ ਆ? ਕਈ ਜਿਹੜੇ ਮਨੋਵਿਗਿਆਨਕ ਸਮਾਜਿਕ ਮਨੋਵਿਗਿਆਨੀ ਨੇ ਉਹ ਕਹਿੰਦੇ ਨੇ ਕਿ ਮਨੁੱਖ ਦਾ ਇਹ ਸਾਡੀ ਗੁਲਾਮੀ ਦਾ ਕਾਰਨ ਹੈ ਕਿ ਅਸੀਂ 1000 ਸਾਲ ਗੁਲਾਮ ਰਹੇ ਹਾਂ। ਉਸ ਗੁਲਾਮੀ ਦੇ ਕਾਰਨ ਅਸੀਂ ਅੰਗਰੇਜ਼ਾਂ ਤੋਂ ਵੀ ਲੁੱਟੇ ਗਏ, ਕੁੱਟੇ ਗਏ, ਮੁਗਲਾਂ ਨੇ ਵੀ ਸਾਨੂੰ ਲੁੱਟਿਆ ਕੁੱਟਿਆ। ਉਹਦੇ ਕਰਕੇ ਸਾਡੇ ਅੰਦਰ ਪੀੜ੍ਹੀ ਦਰ ਪੀੜ੍ਹੀ ਭੁੱਖ ਇੰਨੀ ਵੱਸ ਗਈ ਕਿ ਸਾਡਾ ਰਾਜ ਹੀ ਨਹੀਂ ਆਉਂਦਾ ਗਾ। ਅਸੀਂ ਹੀਨ ਭਾਵ ਦੇ ਸ਼ਿਕਾਰ ਹੋ ਗਏ ਹਾਂ। ਸੋ ਇਸੇ ਕਰਕੇ ਮਨੁੱਖ ਇੰਨਾ ਦੌੜਦਾ ਹੈ ਤੇ ਜਦੋਂ ਦੌੜ ਕੇ ਉੱਚੀ ਕੁਰਸੀ ਤੇ ਬਹਿੰਦਾ ਤਾਂ ਉਸ ਵੇਲੇ ਵੀ ਉਹਦੀ ਜਿਹੜੀ ਹਾਲਤ ਹੈ ਉਹ ਉਸੇ ਭਿਖਮੰਗੇ ਵਾਲੀ ਹੁੰਦੀ ਹੈ, ਉਸ ਭਿਖਮੰਗੇਪਣ ਦੀ ਇਹਨਾਂ ਨੇ ਬਹੁਤ ਸਾਰਾ ਮਜ਼ਾਕ ਉਡਾਇਆ ਹੈਗਾ ਲਾਂਭਾਲੀ ਜੀ ਨੇ। ਸੋ ਇਹ ਪ੍ਰਗਤੀ ਸੋਚ ਦੀ ਨਿਸ਼ਾਨੀ ਹੈ ਜੀ। ਸ਼ੁਕਰੀਆ ਤੁਹਾਡਾ। ਇਸ ਤਰ੍ਹਾਂ ਦੀ ਅਵੇਅਰਨੈਸ, ਇਸ ਤਰ੍ਹਾਂ ਦੀ ਜਾਗ ਜਿਹੜੀ ਲਾਉਣੀ ਹੈਗੀ ਆ। ਤੁਸੀਂ ਮੰਤਰੀ ਨੂੰ ਜਾਂ ਕਿਸੇ ਰਾਜੇ ਨੂੰ ਉਹ ਚੀਜ਼ ਦਿਖਾ ਦੇਣੀ ਕਿ ਤੂੰ ਇੱਥੇ ਜੇ ਖੜਾ ਹੈ, ਠੀਕ ਹੈ ਨਾ। ਨਹੀਂ ਤਾਂ ਲੋਕ ਮੈਂ ਦੇਖਦਾ ਕਿ ਤੁਹਾਡੀ ਉਮਰ ਵਾਲੇ ਵੀ 40-40 ਸਾਲ ਦੇ ਜਿਹੜੇ ਮਾੜੇ ਮੋਟੇ MLA ਹੁੰਦੇ ਉਹਨਾਂ ਦੇ ਪੈਰੀਂ ਡਿੱਗੇ ਫਿਰਦੇ ਹੁੰਦੇ ਆ। ਸੋ ਸ਼ੁਕਰੀਆ ਤੁਹਾਡਾ ਕਿ ਤੁਸੀਂ ਉਹਨਾਂ ਨੂੰ ਉਹਨਾਂ ਦਾ ਭਿਖਾਰੀਪਣ ਦਿਖਾ ਰਹੇ ਹੋ। ਮੌਸਮ ਕੀ ਕਹਿੰਦਾ ਹੈਗਾ? ਅਗਲੀ ਕਹਾਣੀ ਸੀਗੀ ਰਿਸ਼ਵਤਖੋਰੀ ਬਾਰੇ। ਇਹਦੇ ਬਾਰੇ ਵੀ ਕਾਫੀ ਕਹਾਣੀਆਂ ਨੇ, ਰਿਸ਼ਵਤ ਬਾਰੇ, ਭ੍ਰਿਸ਼ਟ ਸਿਸਟਮ ਬਾਰੇ। ਇੱਕ ਕਹਾਣੀ ਉਹਦੇ ਵੱਲ ਮੈਂ ਬਾਅਦ ਚ ਆਵਾਂਗਾ, ਮੰਗਤਿਆਂ ਦਾ ਮੇਲਾ। ਸੋ ਇੱਕ ਦੋ ਹੋਰ ਮੈਂ ਇਹਨਾਂ ਦੇ ਸੰਕੇਤ ਕਰ ਦਿਆਂ ਕਿ ਇੱਕ ਹੈਗੀ ਆ ਕਹਾਣੀ ਵੱਖਰੀ, ਸ਼ਕਤੀ ਵਾਲਾ ਜੰਡ, ਜਿਹਦੇ ਵਿੱਚ ਉਹ ਜੰਡ ਨੂੰ ਉਖਾੜ ਕੇ ਲੈ ਜਾਂਦਾ ਹੈਗਾ ਝੱਖੜ, ਤੇ ਜਿਹੜੇ ਉਹਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਆ ਉਹਨਾਂ ਦੀ ਸ਼ਰਧਾ ਅਲੋਪ ਹੋ ਜਾਂਦੀ ਹੈ। ਔਰ ਉਹ ਜਿਹੜੀ ਔਰਤ ਹੈਗੀ ਆ ਉਹ ਪੀਰ ਨੂੰ ਗਾਲਾਂ ਕੱਢਣ ਲੱਗ ਜਾਂਦੀ ਹੈ। ਪਹਿਲਾਂ ਉਹਦੇ ਤੇ ਸ਼ਰਧਾ ਹੁੰਦੀ ਹੈ ਤੇ ਫਿਰ ਉਹਨੂੰ ਕਹਿੰਦੀ ਹੈ, ਵੇ ਪੀਰਾ ਤੇਰਾ ਨਾਸ਼ ਹੋ ਜਾਵੇ, ਤੇਰਾ ਜੰਡ ਸੁੱਕ ਜਾਵੇ, ਤੂੰ ਪੀਰ ਕਾਹਦਾ ਏ, ਬਦਮਾਸ਼ ਔਤਰਾ ਏ। ਵੈਨ ਪਾਉਣ ਲੱਗੀ ਸ਼ਾਮ ਕੌਰ ਨੂੰ ਲੋਕ ਵੇਖ ਰਹੇ ਸਨ, ਕਿਉਂਕਿ ਉਸ ਟਾਹਣੇ ਟੁੱਟਣ ਦੇ ਨਾਲ ਉਹਦਾ ਜਿਹੜਾ ਨਵਾਂ ਵਿਆਹ ਜੋੜਾ ਸੀਗਾ ਉਹ ਉਹਦੇ ਜੰਡ ਦੇ ਹੇਠ ਆ ਗਿਆ ਸੀ, ਉਹ ਟਾਹਣੇ ਦੇ ਹੇਠ ਆ ਕੇ ਮਰ ਗਏ ਸੀਗੇ। ਸੋ ਜਦੋਂ ਪਹਿਲਾਂ ਤਾਂ ਉਹਨਾਂ ਦੇ ਵਿਆਹ ਵਾਸਤੇ ਸੁੱਖਾਂ ਸੁੱਖਦੀ ਸੀ, ਪਰ ਜਦੋਂ ਸੁੱਖ ਚੜਾਉਣ ਜਾਂਦੀ ਹੈ ਤਾਂ ਉਹ ਟਾਹਣਾ ਟੁੱਟ ਕੇ ਡਿੱਗ ਪੈਂਦਾ ਤੇ ਉਹ ਮਰ ਜਾਂਦੇ ਹੈਗੇ ਨੇ। ਇਹਦੇ ਬਾਰੇ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਰਹੀ ਹੈ। ਇੱਕ ਬੰਦਾ ਜਾਂਦਾ ਹੈ ਕਿ ਆਪਣੇ ਬੇਟੇ ਨੂੰ ਲੈ ਕੇ ਥੋੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਹੈ। ਉਹਨੂੰ ਕਹਿੰਦਾ ਵੀ ਇਹ ਮੁੰਡੇ ਨੇ ਕਿਤੇ ਕੁਤਾਹੀ ਕੀਤੀ ਹੈ, ਜਿਹੜਾ ਗੁਰੂ ਹੈਗਾ ਚੇਲਾ, ਉਹ ਕਹਿੰਦਾ ਇਹਨੇ ਕੁਤਾਹੀ ਕੀਤੀ ਹੈ। ਕਹਿੰਦੇ ਕੁਤਾਹੀ ਕੀ ਕੀਤੀ ਹੈ? ਕਹਿੰਦਾ ਇਹਨੇ ਜ਼ਰੂਰ ਕਿਸੇ ਮੜੀ ਦੀ ਬੇਅਦਬੀ ਕੀਤੀ ਹੈ। ਉਹ ਕਹਿੰਦਾ ਕਦੋਂ ਕੀਤੀ ਹੈ ਜੀ? ਮੁੰਡਾ ਕਹਿੰਦਾ ਮੈਂ ਤਾਂ ਕੀਤੀ ਨਹੀਂ ਜੀ ਮੜੀ, ਮੈਂ ਕਿਤੇ ਗਿਆ ਨਹੀਂ, ਮੈਂ ਕਿਤੇ ਰੁਕਿਆ ਨਹੀਂ। ਉਹ ਕਹਿੰਦਾ ਤੇਰਾ ਰਸਤਾ ਕਿਹੜਾ ਹੁੰਦਾ ਹੈਗਾ ਜਾਣ ਦਾ? ਪੜ੍ਹਨ ਜਾਂਦਾ ਹੈ, ਰਸਤਾ ਕਿਹੜਾ ਹੁੰਦਾ? ਉਹ ਕਹਿੰਦਾ ਯਾਰ ਰਸਤਾ ਕਿਤੇ ਰੁਕ ਕੇ, ਤੂੰ ਕਿਤੇ ਵਾਸ਼ਰੂਮ ਗਿਆ ਹੋਵੇਂ ਕਿਤੇ। ਉਹ ਕਹਿੰਦਾ ਉਹ ਤਾਂ ਜੀ ਕਦੇ ਨਾ ਕਦੇ ਰੁਕਿਆ ਹੀ ਆ। ਕਹਿੰਦਾ ਬਸ ਉੱਥੇ ਮੜੀ ਸੀਗੀ। ਉਹਦਾ ਪਿਓ ਹੈਰਾਨ ਹੁੰਦਾ, ਕਹਿੰਦਾ ਗੱਲ ਸੁਣੋ ਪੀਰ ਜੀ, ਵੀ ਮੁੰਡੇ ਨੇ ਤਾਂ ਕੱਲ ਗਲਤੀ ਕਰਤੀ, ਇਹ ਖੜ ਗਿਆ। ਤੇ ਉਹ ਜਿਹੜਾ ਪੀਰ ਸੀਗਾ ਉਹ ਤਾਂ ਸਿਆਣਾ ਬੈਣਾ ਸੀ, ਆਪਦਾ ਸਿਰ ਆਸੇ ਪਾਸੇ ਕਰ ਲੈਂਦਾ, ਠੀਕ ਹੈ। ਇਹਦੀ ਤਾਂ ਚਲੋ ਸਮੱਸਿਆ ਸੀਗੀ, ਉਦੋਂ ਪਾਸੇ ਹੋ ਜਾਂਦਾ ਉੱਠ ਕੇ। ਸੋ ਇਹ ਕਹਾਣੀ ਜਿਹੜੀ ਜੰਡ ਦੀ ਕਹਾਣੀ ਹੈ, ਇਹ ਬਹੁਤ ਵਾਪਰਦੀ ਹੈ ਸਾਡੇ ਸਿਆਣਿਆਂ 'ਚ। ਸਾਡੇ ਉਹ ਆ ਕਿ ਹਰ ਥਾਂ ਤੇ, ਮੇਰੇ ਖੁਦ ਨਾਲ ਵਾਪਰੀ ਹੈ ਕਿ ਮੈਂ ਕੈਂਪ ਲਾਇਆ ਸੀ, ਘੁਮਿਆਰਾ ਪਿੰਡ ਹੈ। ਅਸੀਂ ਇੱਕ ਲੱਕੜ, ਸਾਡੇ ਕੋਲ ਬਾਲਣ ਘਟ ਗਿਆ ਤਾਂ ਉਸ ਵੇਲੇ ਅਸੀਂ ਨਿੰਮ ਵੱਢਣ ਵਾਸਤੇ ਕੁਹਾੜਾ ਮੰਗਿਆ ਕਿਸੇ ਤੋਂ। ਕਹਿੰਦੇ ਕੁਹਾੜਾ ਨਹੀਂ ਮਿਲਣਾ ਕਿਉਂਕਿ ਇਹ ਭੂਤਾਂ ਵਾਲੀ ਨਿੰਮ ਹੈ, ਇੰਝ ਹੀ ਖੜੀ ਹੈ। ਅਸੀਂ ਕਿਹਾ ਸੁੱਕੀ ਹੈਗੀ ਆ? ਕਹਿੰਦੇ ਨਹੀਂ। ਕੋਈ ਰੱਸਾ ਮੰਗਿਆ, ਟਰੈਕਟਰ ਮੰਗਿਆ, ਸਾਰੇ ਪਿੰਡ 'ਚ ਸਾਨੂੰ ਕਿਸੇ ਨੇ ਨਹੀਂ ਦਿੱਤਾ ਗਾ। ਫਿਰ ਆਪਣੇ ਪਿੰਡ 'ਚੋਂ ਲੈ ਕੇ ਗਏ, ਉਹ ਲੱਕੜ ਵੱਢੀ। ਔਰ ਉਸ ਤੋਂ ਬਾਅਦ ਉਹਦੇ ਤੇ ਜਦੋਂ ਰੋਟੀ ਬਣਾਈ ਤਾਂ ਰਾਤ ਨੂੰ ਰੋਟੀ ਨਹੀਂ ਖਾ ਰਹੇ ਸੀ ਬੱਚੇ, ਇੰਨਾ ਡਰੇ ਹੋਏ ਸੀਗੇ। ਔਰ ਪਿੰਡ ਵਾਲੇ ਵੇਖਣ ਆਏ ਸੀਗੇ ਕਿ ਇਹ ਰਾਤੀ ਦੇਖੋ ਵੀ ਭੂਤ ਇਹਨਾਂ ਨੂੰ ਕੀ ਕਰਦੀ ਹੈਗੀ ਆ।
ਸੋ ਉਹ ਸਿਰਫ ਅਖੀਰ ਦੇ ਉੱਤੇ 100 ਬੱਚਾ ਸੀਗਾ, 5-7 ਬੱਚੇ ਰਹਿ ਗਏ ਸੀ ਜਿਹੜੇ ਅਖੀਰ ਦੇ ਉੱਤੇ ਇਸ ਗੱਲ 'ਤੇ ਸੀਗਾ ਵੀ ਅਸੀਂ ਰੋਟੀਆਂ ਪਕਾਵਾਂਗੇ, ਅਸੀਂ ਲੱਕੜ ਡਾਵਾਂਗੇ, ਤੇ ਉਹ ਬੰਦੇ ਨਿੱਤਰੇ ਸੀਗੇ। ਪਰ ਉਹਦਾ ਹੋਇਆ ਕੁਛ ਨਹੀਂਗਾ। ਉਡੀਕਦੇ ਰਹੇ ਵੀ 8-9 ਦਿਨ ਬਾਅਦ ਜਾਂ ਰਾਤ ਨੂੰ ਕੁਛ ਹੋਊਗਾ। ਰਾਤ ਨੂੰ ਸਾਰੀ ਰਾਤ ਬੈਠੇ ਰਹੇ। ਮੈਂ ਖੁਦ ਬੈਠਾ ਰਿਹਾ ਉਹਨਾਂ ਕੋਲੇ। ਮੈਂ ਕਿਹਾ ਤੁਸੀਂ ਬੈਠੋ ਇੱਥੇ, ਜੇ ਭੂਤ ਆਈ ਤਾਂ ਪਹਿਲਾਂ ਮੈਨੂੰ ਟੱਪ ਕੇ ਜਾਊਗੀ। ਸੋ ਤੁਸੀਂ ਉਹਨਾਂ ਦੇ ਵਿੱਚੋਂ ਉਹਨਾਂ ਦਾ ਹੌਸਲਾ ਵਧਿਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਚਾਰ ਪੀਰਾਂ ਦਾ ਤੇ ਇਸ ਤਰ੍ਹਾਂ ਦਾ ਜਿਹੜੀ ਸ਼ਕਤੀ, ਦੈਵੀ ਸ਼ਕਤੀਆਂ ਦਾ ਮਨੁੱਖ ਨੂੰ ਜਿਹੜਾ ਬਾਉਣਾ ਕਰ ਰਹੀ ਹੈਗੀ ਆ, ਉਹਦੇ ਤੇ ਉੱਤੇ ਇਹਨਾਂ ਨੇ ਵੱਡੀ ਚੋਟ ਮਾਰੀ ਹੈ। ਸੋ ਇਹ ਵੀ ਇਹਨਾਂ ਦਾ ਬਹੁਤ ਵੱਡਾ ਉਪਕਾਰ ਹੈ ਸਾਡੀ ਨੌਜਵਾਨ ਪੀੜ੍ਹੀ ਤੇ ਔਰ ਸਾਡੇ ਸਮਾਜ ਦੇ ਉੱਤੇ ਜੀ। ਇੱਕ ਸੰਕੇਤ ਇਹਨਾਂ ਦਾ ਜੀ ਹੈ 50-50 ਹਿੱਸਾ ਲੈਂਦਾ ਸਰਪੰਚ ਨਰੇਗਾ ਸਕੀਮ ਚੋਂ। ਇਹ ਪਿੰਡ ਦੀ ਕਹਾਣੀ ਹੈ ਜੀ। ਇਹ ਵੀ ਤੁਸੀਂ ਸਰਵਵਿਆਪੀ ਸੱਚ ਬਿਆਨ ਕਰਤਾ ਥੋੜੀਆਂ ਜਿਹੀ ਸਤਰਾਂ ਦੇ ਵਿੱਚ ਹੀ। ਹਰ ਪਿੰਡ ਦੀ ਕਹਾਣੀ ਹੈ ਜੀ ਇਹ। ਕੋਈ ਭਾਗਾਂ ਵਾਲਾ ਪਿੰਡ, ਕੋਈ ਭਾਗਾਂ ਵਾਲਾ ਸਰਪੰਚ ਬਚਿਆ ਹੋਵੇ ਜਿਹੜਾ ਇਹੋ ਜਿਹੇ ਹਿੱਸਿਆਂ ਤੋਂ ਬਚਿਆ, ਇਹੋ ਜਿਹੀ ਨੀਅਤ ਤੋਂ ਬਚਿਆ ਮਾੜੀ ਤੋਂ ਧੰਨ ਭਾਗੀ ਹੈ। ਇੱਕ ਮਿੱਤਰਾਂ ਦਾ ਢਾਬਾ ਜਿਹੜਾ, ਉਹ ਵੀ ਉਸੇ ਦੇ ਕੜੀ ਹੈ। ਜਿਹੜਾ MLA ਵਾਲੀ ਗੱਲ ਸੀ ਕਿ ਉਹ ਢਾਬਾ ਦੇਖਦਾ ਹੈ, ਉਹ ਅਸੀਂ ਕਹਾਣੀਆਂ ਵੀ ਸੁਣੀਆਂ ਕਿ ਢਾਬਾ ਦੇਖਦੇ ਸੀਗੇ। ਉਹ ਕਹਿੰਦੇ ਜੀ ਇਹ 'ਚ ਹਿੱਸਾ ਪਵਾ ਲਓ ਸਾਡਾ, ਜਾਂ ਪਾਸੇ ਕਰ ਲਓ, ਜਾਂ ਉੱਥੇ DTO ਖਿਲਾਰ ਦੇਣਾ। ਸੋ ਇਹ ਵੀ ਪੰਜਾਬ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਇਹ ਕਹਾਣੀ। ਇੱਕ ਕਹਾਣੀ ਜਿਹੜੀ ਸੀ ਵੱਖਰੇ ਅੰਦਾਜ਼ ਵਾਲੀ, ਉਹ ਹੈ ਜੀ ਪਰੇਸ਼ਾਨੀ। ਡਾਕਟਰ ਕੋਲ ਮਰੀਜ਼ ਜਾਂਦਾ ਹੈ, ਉਹਨੂੰ ਪੁੱਛਦਾ, ਉਹ ਅਲੱਗ-ਅਲੱਗ ਅੰਗਾਂ ਦੀ ਦਵਾਈ ਪੁੱਛਦਾ ਹੈ। ਕਿਤੇ ਦਰਦ ਆ ਉਹਦੇ, ਤਾਂ ਉਹ ਕਹਿੰਦਾ ਜੀ ਪੂਰਾ ਕਦੋਂ ਠੀਕ ਹੋਊਗਾ। ਡਾਕਟਰ ਇੱਕ ਚੀਜ਼ ਦੀ ਦਵਾਈ ਦੇਈ ਜਾਂਦਾ, ਪਰ ਕਹਿੰਦੇ ਪੂਰਾ ਕਦੋਂ ਠੀਕ ਹੋਊਗਾ। ਉਹ ਕਹਿੰਦਾ ਜੀ ਨਹੀਂ, ਇਹ ਤਾਂ ਐਂ ਚੱਲਣਾ ਹੈਗਾ, ਪੂਰਾ ਠੀਕ ਨਹੀਂ ਹੋ ਸਕਦਾ ਹੈਗਾ। ਇਹ ਦੇਖੋ, ਇਹ ਕਹਾਣੀ ਤਾਂ ਇਹਨਾਂ ਨੇ ਲਿਖਤੀ, ਲੇਕਿਨ ਇਹਨਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਇੱਕ ਪੂਰੇ ਦੇ ਪੂਰੀ ਸਾਡੀਆਂ ਜਿੰਨੀਆਂ ਵੀ ਪੈਥੀਆਂ ਹੈਗੀਆਂ, ਜਿੰਨੀਆਂ ਵੀ ਇਲਾਜ ਪ੍ਰਣਾਲੀਆਂ ਹੈਗੀਆਂ, ਉਹਨਾਂ ਦੇ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਤਾ ਹੈ। ਮਨੁੱਖ ਵਿਕਾਸ ਕਰ ਰਿਹਾ ਹੈ, ਮਨੁੱਖ ਲਗਾਤਾਰ ਖੋਜਾਂ ਕਰ ਰਿਹਾ ਹੈ, ਲਗਾਤਾਰ ਥੀਸਿਸ ਲਿਖੇ ਜਾ ਰਹੇ ਨੇ। ਮਨੁੱਖ ਦੀ ਇੰਨੀ ਬਰੀਕੀ ਦੇ ਨਾਲ ਇੱਕ ਬਿਮਾਰੀ, ਇੱਕ ਅੰਗ ਦੇ ਉੱਤੇ ਖੋਜਾਂ ਹੋ ਗਈਆਂ। ਲੇਕਿਨ ਜੇਕਰ ਫਿਰ ਵੀ ਇੰਨੀਆਂ PhDਆਂ, ਇੰਨੇ ਰਿਸਰਚ, ਇੰਨੇ ਥੀਸਿਸ, ਇੰਨੇ ਹਸਪਤਾਲਾਂ ਤੋਂ ਬਾਅਦ ਵੀ ਜੇ ਡਾਕਟਰ ਇਹ ਹੱਥ ਖੜੇ ਕਰਦਾ ਹੈ, ਜੇ ਡਾਕਟਰ ਇਹ ਕਹਿੰਦਾ ਕਿ ਪੂਰਾ ਇਲਾਜ ਤਾਂ ਨਹੀਂ ਮਿਲਣਾ ਤੈਨੂੰ, ਤਾਂ ਫਿਰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਔਰ ਕਹਾਣੀ ਆਪਣਾ ਕੰਮ ਪੂਰਾ ਕਰ ਗਈ ਐਡਾ ਵੱਡਾ ਸਵਾਲੀਆ ਨਿਸ਼ਾਨ ਲਾ ਕੇ। ਔਰ ਤੁਸੀਂ ਦੇਖੋ, ਕਿਸੇ ਜ਼ਮਾਨੇ 'ਚ ਜਦੋਂ ਵੈਦ ਹੁੰਦੇ ਸੀਗੇ, ਇੱਕ ਨਬਜ਼ ਫੜ ਕੇ ਦੱਸ ਦਿੰਦੇ ਸੀ ਕਿ 10 ਦਿਨ ਪਹਿਲਾਂ ਤੋਂ ਕੀ ਖਾਧਾ ਹੈ ਤੇ ਆਹ ਖਾਣਾ ਬੰਦ ਕਰ ਦੇ। ਇਹ ਅਨੁਭਵ ਹੈ ਸਾਡੇ, ਮਤਲਬ ਮੈਨੂੰ ਬਜ਼ੁਰਗ ਦੱਸਦੇ ਹੁੰਦੇ ਨੇ ਕਿ ਉਹ ਜਦੋਂ ਨਬਜ਼ ਫੜ ਕੇ ਕਹਿੰਦੇ 10 ਦਿਨ ਪਹਿਲਾਂ ਤੂੰ ਛੋਲੇ ਖਾਧੇ ਸੀਗੇ, 15 ਦਿਨ ਪਹਿਲਾਂ ਦਹੀਂ ਖਾਧੀ ਸੀਗੀ, ਸੋ ਇਹ ਤੇਰੇ ਮਾਫਕ ਨਹੀਂ, ਇਹ ਛੱਡ ਦੇ ਤੇ ਜਮਾ ਠੀਕ ਰਹੇਗਾ। ਸੋ ਕਿੱਥੇ ਤਾਂ ਉਹ ਵੈਦ ਜਿਹਨੇ ਕੋਈ ਐਕਸਰੇ ਨਹੀਂ, ਕੋਈ ਮੈਡੀਸਨ ਨਹੀਂ, ਲੇਕਿਨ ਕਿੱਥੇ ਅੱਜ ਦੀਆਂ ਉਹ ਪ੍ਰਣਾਲੀਆਂ ਜਿੱਥੇ ਖਰਚੇ, ਬਿਲਡਿੰਗਾਂ, ਦਵਾਈਆਂ ਅੰਬਾਰ ਲੱਗੇ ਹੋਏ ਨੇ, ਤੇ ਸਾਡਾ ਹਾਲਾਤ ਕੀ ਨੇ, ਉਹਦੇ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਹੈ। ਸੋ ਇਹੀ ਸਾਹਿਤ ਦਾ ਮਕਸਦ ਹੁੰਦਾ ਹੈਗਾ। ਚਾਈਨਾ ਦੇ ਵਿੱਚ ਤਾਂ ਇੱਕ ਬੜੀ ਵਧੀਆ ਰਵਾਇਤ ਜਿਹੜੀ ਸੁਣੀ ਹੈ ਆਪਾਂ, ਕਿ ਉਹ ਕਹਿੰਦੇ ਡਾਕਟਰ ਦਵਾਈ ਦਿੰਦਾ ਸੀਗਾ ਠੀਕ ਹੋਣ, ਬੰਦਾ ਠੀਕ ਰਵੇ ਤਾਂ ਠੀਕ ਹੈ, ਜੇ ਬਿਮਾਰ ਹੋ ਜੇ ਤਾਂ ਡਾਕਟਰ ਨੂੰ ਜਿਹੜੀ ਸੇਪੀ ਦਿੱਤੀ ਜਾਂਦੀ ਸੀ ਬਣੀ ਤਨੀ, ਜਿਵੇਂ ਆਪਾਂ ਸੇਪੀ ਦਿੰਦੇ ਮਿਸਤਰੀਆਂ ਨੂੰ ਦਿੰਦੇ 6 ਮਹੀਨਿਆਂ ਬਾਅਦ ਕਣਕ, ਵੀ ਇੰਨੀ ਤੇਰੇ ਹਿੱਸੇ ਦੀ ਹੈਗੀ ਹੈ, ਤੇ ਡਾਕਟਰਾਂ ਨੂੰ ਲੋਕੀ ਉਵੇਂ ਦਿੰਦੇ ਸੀਗੇ। ਇੱਕ ਵੈਦ ਹੁੰਦਾ ਸੀਗਾ ਕਿਤੇ ਇੱਕ ਪਿੰਡ 'ਚ ਜਾਂ ਦੋਵਾਂ ਪਿੰਡਾਂ 'ਚ, ਤਿੰਨਾਂ 'ਚ, ਉਹਨੂੰ ਸਾਰੇ ਲੋਕ ਪੈਸੇ ਦਿੰਦੇ ਸੀਗੇ, ਤੇ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਤਾਂ ਉਹਦੀ ਸੇਪੀ ਕੱਟ ਲੈਂਦੇ ਸੀਗੇ। ਤੇ ਤੂੰ ਡਾਕਟਰ ਕਾਹਦਾ ਹੈਗਾ, ਤੂੰ ਖਿਆਲ ਨਹੀਂ ਰੱਖਿਆਗਾ ਸਾਡੇ ਲੱਛਣਾਂ ਦਾ, ਸਾਡੇ ਘਰ ਦੇ ਕੋਲੇ ਗੇੜਾ ਹੀ ਨਹੀਂ ਮਾਰਿਆ, ਤੈਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਬਿਮਾਰ ਹੋਣ ਵਾਲਾ ਹੈ, ਤੂੰ ਆਹ ਚੀਜ਼ ਛੱਡ। ਠੀਕ ਹੈ ਜੀ। ਸੋ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਜੀ। ਇੱਕ ਵੱਖਰੇ ਕੋਣ ਤੋਂ ਇੱਕ ਕਹਾਣੀ ਹੋਰ ਹੈ, ਉੱਲੂ ਬੋਲਣ। ਇਹਦੇ ਵਿੱਚ ਵੀ ਮੈਂ ਸਾਰਾ ਪੰਜਾਬ ਦੇਖ ਰਿਹਾ ਜੀ ਇਸ ਦ੍ਰਿਸ਼ਟੀ ਰਾਹੀਂ ਵੀ। ਕੋਠੀ ਪਾਉਂਦੇ ਆ, ਬੱਚਾ ਇਕੱਲਾ ਹੈ, ਉਹਨੂੰ ਬੁਲਟ ਮੋਟਰਸਾਈਕਲ ਲੈ ਕੇ ਦਿੰਦੇ ਨੇ, ਟ੍ਰੈਜਡੀ ਵਾਪਰਦੀ ਹੈ, ਕੋਠੀ 'ਚ ਉੱਲੂ ਬੋਲਦੇ ਆ। ਸੋ ਚਾਹੇ ਤਾਂ ਇੰਜ ਬੋਲਣ, ਵਿਗੜੀਆਂ ਆਦਤਾਂ ਤੋਂ ਬੋਲਣ, ਤਾਂ ਉਹਦੇ ਕਾਰਨ
ਪੰਜਾਬ ਦੀਆਂ ਅਨੇਕਾਂ ਹੀ ਕੋਠੀਆਂ ਦੇ ਵਿੱਚ ਇਹੀ ਉੱਲੂ ਬੋਲ ਰਹੇ ਨੇ। ਇਹ ਪੰਜਾਬ ਦੀ ਸਥਿਤੀ ਹੈ। ਜਿੰਨੀ ਦੇਰ ਅਸੀਂ ਉਹਨੂੰ ਸੰਸਕਾਰ ਨਹੀਂ ਦਿੰਦੇ ਬੱਚੇ ਨੂੰ, ਜਿੰਨੀ ਦੇਰ ਬੱਚੇ ਨੂੰ ਅੰਦਰੋਂ ਨਹੀਂ ਭਰੇ ਜਾਂਦੇਗੇ, ਜਿੰਨੀ ਦੇਰ ਬੱਚੇ ਦੇ ਕੋਲ ਆਪਣੀ ਦੌਲਤ ਨਹੀਂਗੀ, ਗਿਆਨ ਦੀ ਦੌਲਤ ਨਹੀਂਗੀ, ਹੋਸ਼ ਦੀ ਦੌਲਤ ਨਹੀਂਗੀ, ਸੋ ਉਹਦੇ ਮੋਟਰਸਾਈਕਲ ਵੱਡੇ ਹੁੰਦੇ ਜਾਣਗੇ, ਗੱਡੀਆਂ ਵੱਡੀਆਂ ਹੁੰਦੀਆਂ ਜਾਣਗੀਆਂ, ਕਿਉਂਕਿ ਜਿੰਨਾ ਬੰਦਾ ਪਾਉਣਾ ਹੁੰਦਾ ਓਡਾ ਵੱਡਾ ਸਾਧਨ ਭਾਲਦਾ ਉਹ ਉਨਾ ਹੀ ਤਾਂ ਨੂੰ ਹੋਣਾ ਚਾਹੁੰਦਾ ਹੈਗਾ। ਸੋ ਇਹ ਉਹਦਾ ਮਨੋਵਿਗਿਆਨ ਆ ਬੰਦੇ ਦਾ, ਉਹਦਾ ਹੀਨ ਭਾਵ ਹੈਗਾ। ਸੋ ਉਸ ਹੀਨ ਭਾਵ ਦੇ ਮਾਰੇ ਹੋਏ ਬੱਚੇ ਮਰਦੇ ਰਹਿਣਗੇ, ਬਾਹਰ ਜਾਂਦੇ ਰਹਿਣਗੇ, ਔਰ ਉੱਥੋਂ ਆ ਕੇ ਉਸ ਤਰ੍ਹਾਂ ਦੀਆਂ ਕੱਪੜੇ ਪਾ ਕੇ। ਉਹ ਇੱਕ ਕਹਾਣੀ ਉਹ ਹੋਰ ਵੀ ਹੈਗੀ, ਜਿਹੜੀ ਮਾਤਾ ਕੋਲੇ ਆਉਂਦਾ ਉਹਦਾ ਬੱਚਾ, ਤੇ ਉਹ ਕਹਿੰਦੀ ਹੈ ਵੀ ਪੁੱਤ ਕੀ ਹੋ ਗਿਆ, ਤੂੰ ਇੰਨਾ ਗਰੀਬੜਾ ਬਣ ਗਿਆ ਉੱਥੇ ਬਾਹਰ, ਤੇਰੀ ਪੈਂਟ ਪਾਟੀ ਹੋਈ ਹੈ, ਕਿਉਂਕਿ ਉਹ ਰਿਵਾਜ਼ ਆ ਸਾਡੇ, ਔਰ ਹੈ ਵੀ ਮਹਿੰਗੀ ਹੈ ਸਭ ਤੋਂ ਉਹ। ਔਰ ਇਹ ਇੰਨਾ ਕੁ ਸੱਚ ਹੈ ਇਹਦਾ ਜੀ। ਕਹਾਣੀ ਉਹੀ ਸੱਚ ਹੁੰਦੀ ਹੈ ਜਿਹੜੀ ਹਰ ਬੰਦੇ ਨੂੰ ਸੱਚ ਲੱਗੇ। ਮੈਂ ਪੜ੍ਹਾ ਰਿਹਾ ਸੀ ਰਾਮੇ ਵਾਲੇ, ਉੱਥੋਂ ਦਾ ਵੀ ਸੱਚ ਹੈ ਇਹ, ਇੱਕ ਮੁੰਡੇ ਦਾ ਸਟੂਡੈਂਟ ਦਾ ਸੱਚ ਆ ਮੇਰੇ ਦਾ। ਔਰ ਮੇਰੇ ਘਰ ਮਾਛੀਵਾੜੇ ਤੋਂ 3 ਬੰਦੇ ਮਿਲਣ ਆਏ ਸੀਗੇ, ਉਦੋਂ ਅਜੇ ਚੱਲੀਆਂ ਸੀਗੀਆਂ, ਔਰ ਉਹਨਾਂ ਨੂੰ ਇਹੀ ਸਵਾਲ, ਬਿਲਕੁਲ ਸਾਡੇ ਟਾਈਨੇ ਕਿਤੇ ਐਕਸੀਡੈਂਟ ਹੋ ਕੇ ਹਟਿਆ ਸੀ, ਉਦੋਂ ਚਰਚਾ ਹੋ ਰਹੀ ਸੀ ਪਿੰਡ 'ਚ ਵੀ ਐਕਸੀਡੈਂਟ ਹੋਇਆ, ਮੁੰਡਿਆਂ ਦੇ ਸੱਟਾਂ ਲੱਗੀਆਂ, ਤੇ ਕੁਦਰਤੀ ਘੰਟੇ ਕੁ ਬਾਅਦ ਉਹ ਮੁੰਡੇ 3 ਜਿਹੜੇ ਆਏ ਘਰ, ਤੇ ਜਦੋਂ ਉਹਨਾਂ ਦੇ ਪੈਂਟ ਪਾਟੀ ਹੋਈ ਸੀ ਤਾਂ ਮਾਤਾ ਨੇ ਸਭ ਤੋਂ ਪਹਿਲਾਂ ਪੁੱਛਿਆ, ਪੁੱਤ ਤੁਸੀਂ ਤਾਂ ਬਚ ਗਏ ਆ, ਵੀ ਤੇਰੀ ਪੈਂਟ ਕੱਪੜੇ ਹੀ ਪਾਟੇ ਆ ਇਕੱਲੇ, ਹੋਰ ਤਾਂ ਨਹੀਂ ਕੁਛ, ਸੱਟਾਂ ਤਾਂ ਨਹੀਂ ਲੱਗੀਆਂ। ਸੋ ਉਹ ਹੱਸਣ ਲੱਗ ਗਿਆ, ਕਹਿੰਦਾ ਅਸੀਂ ਤਾਂ ਜੀ ਬੜੇ ਫੈਸ਼ਨ ਵਾਲੀ ਪੈਂਟ ਸੀਗੀ ਇਹ, ਉਹ ਲੈ ਕੇ ਆਂਦੀ ਹੈ, ਤੇ ਸਾਨੂੰ ਇਸ ਤਰ੍ਹਾਂ ਦਾ ਸਵਾਲ ਦਾ ਸਾਹਮਣਾ ਕਰਨਾ ਪਏਗਾ। ਔਰ ਇਹੀ ਸਵਾਲ ਜਿਹੜਾ ਹੈਗਾ ਲੰਬ ਵਾਲੇ ਜੀ ਨੇ ਉਠਾਇਆ ਹੈਗਾ। ਸੋ ਇਹ ਮੂਲ ਕਹਾਣੀਆਂ ਜੀ ਜਿਨ੍ਹਾਂ ਦੇ ਮੈਂ ਸੰਕੇਤ ਕਰਨੇ ਸੀਗੇ। ਇੱਕ ਕਹਾਣੀ ਰਹਿ ਗਈ ਬਸ, ਜਿਹੜਾ ਵੱਖਰੀ ਸੰਕੇਤ ਵਾਲੀ ਆ, ਪੜ੍ਹਾਈ ਨੂੰ ਤਾਂ ਫੋਨ ਖਾ ਗਏ। ਉਹ ਅੱਗੇ ਛੋਟੇ ਹੁੰਦਿਆਂ ਸਾਨੂੰ ਪਤਾ ਹੁੰਦਾ ਸੀਗਾ, ਜਿਹੜੇ ਅਨਪੜ੍ਹ ਲੋਕ ਸੀ ਨਾ, ਉਹ ਪਹਾੜੇ ਸੁਣਾਉਂਦੇ ਸੀਗੇ, ਕਿਤੇ ਡੂਡਾ ਪਹਾੜਾ ਸੁਣਾਤਾ, ਢਾਈਏ ਦਾ ਪਹਾੜਾ ਸੁਣਾਤਾ, ਔਰ ਐਸ ਚੱਲਦੇ ਸੀ ਉਹਨਾਂ ਦੀ, ਜਿਵੇਂ ਨਾ ਬਹੁਤ ਤੇਜ਼ੀ ਦੇ ਨਾਲ ਸੁਣਾਉਂਦੇ ਸੀਗੇ, ਹਿਸਾਬ ਉਹਨਾਂ ਦਾ ਇੰਨਾ ਤੇਜ਼ ਸੀਗਾ। ਲੇਕਿਨ ਹੁਣ ਜਦੋਂ ਸਾਰਾ ਕੁਝ ਆ ਗਿਆ ਸਾਡੇ ਕੋਲ, ਪੜ੍ਹਾਈ ਦਾ ਸਟਰਕਚਰ ਬੜਾ ਵਧੀਆ ਵੱਧ ਗਿਆ ਹੈਗਾ, ਬੜਾ ਅੱਛਾ ਹੋ ਗਿਆ ਸਾਰਾ ਕੁਝ, ਤਾਂ ਉਹ ਸਾਡਾ ਅੰਦਰਲੀ ਦੌਲਤ ਹੈ, ਜਾਂ ਸਾਡੀ ਸਮਰੱਥਾ ਹੈਗੀ ਆ ਕੁਝ ਯਾਦ ਕਰਨ ਦੀ, ਕੁਝ ਸਿੱਖਣ ਦੀ। ਉਹ ਅਸੀਂ ਕਿਤੇ 7-8 ਰੁਪਏ ਦੀ ਚੀਜ਼ ਵੀ ਲਈ ਹੋਵੇ ਨਾ, ਕੋਈ 3 ਜਾਂ 5 ਦਾ ਕੋਈ ਚੀਜ਼ ਲਈ ਹੋਵੇ, ਤਾਂ ਉਹ ਵੀ ਕੈਲਕੂਲੇਟਰ ਫੜਦੇ ਨੇ ਵੀ 3 ਤੇ 5 ਕਿੰਨੇ ਹੁੰਦੇ ਨੇ। ਠੀਕ ਹੈ ਜੀ। ਸੋ ਇਹ ਜਿਹੜੀ ਸਾਡੀ ਬਹੁਤ ਜ਼ਿਆਦਾ ਸਮਰੱਥਾ ਘਟੀ ਹੈ, ਉਹਦੇ ਬਾਰੇ ਇਹਨਾਂ ਨੇ ਇੱਕ ਮਜ਼ਾਕ, ਇੱਕ ਤਨਜ ਕੀਤੀ ਹੈ, ਪੜ੍ਹਾਈ ਨੂੰ ਤਾਂ ਫੋਨ ਖਾ ਗਏ। ਔਰ ਇਹਦੇ ਵਿੱਚ ਇੱਕ ਸਤਰ ਹੈ, ਉਹ ਸਤਰ ਬੜੀ ਬਾਕਮਾਲ ਹੈ। ਉਹ ਹੈ ਜੀ, ਪੁੱਤ ਬਾਬੇ ਨੂੰ ਦੂਣੀ ਦਾ ਪਹਾੜਾ ਸੁਣਾ ਦੇ, ਯਾਦ ਹੈ ਨਾ? ਹਾਂ ਬਾਬਾ। ਮੁੰਡੇ ਨੂੰ ਫਟਾਫਟ ਪਹਾੜਾ ਪੜ੍ਹਨਾ ਸ਼ੁਰੂ ਕੀਤਾ। 1 ਦੂਣੀ ਦੂਣੀ, 2 ਦੂਣੀ ਦੂਣੀ, 3 ਦੂਣੀ ਦੂਣੀ, 6 ਦੂਣੀ ਦੂਣੀ, 2 ਦੂਣੀ ਦੂਣੀ। ਹੁਣ ਇਹ ਸਤਰ ਦੇ ਵਿੱਚ ਬੇਸ਼ੱਕ ਇਹਨਾਂ ਨੇ ਵੈਸੇ ਲਿਖਤੀ ਹੈ, ਪਰ ਇੱਕ ਬਹੁਤ ਵੱਡੀ ਖੜੋਤ ਦਿਸ ਰਹੀ ਹੈ ਇਹਦੇ ਚੋਂ। ਪੂਰਾ ਅਕਸ ਹੈ ਇਸ ਸਤਰ ਦੇ ਵਿੱਚ ਕਿ ਦੂਣੀ ਤੇ ਕਿਉਂ ਖੜ ਗਿਆ ਬੱਚਾ। ਗੋਲੀ ਜੀ ਕਹਿੰਦੇ ਨਜ਼ਮ ਸੁਣਾ ਦਿਆ ਜੀ, ਬੋਰ ਤਾਂ ਨਹੀਂ ਹੋ ਗਏ ਕਿਤੇ ਗੱਲਾਂ ਸੁਣਦੇ ਸੁਣਦੇ? ਭਾਈ ਲਾਲੋ ਦੀ ਹੂਕ ਸੁਣਾ ਦਿੰਦਾ। ਠੀਕ ਹੈ ਜੀ। ਸੱਚ ਦੇ ਸੂਰਜ ਦੀ ਚਿੱਠੀ। ਭਾਈ ਲਾਲੋ ਆਪਦੇ ਮਹਿਬੂਬ ਦੀ ਜਿਹੜੀ ਲਿਖਤ ਹੈ ਉਹਨੂੰ ਸੋਨੇ 'ਚ ਮੜੀ ਦੇਖਦਾ ਹੈ, ਤਾਂ ਉਹਦੇ ਭਾਵ ਨੇ ਕੁਛ। ਜਰਾ ਨਾਲ ਨਾਲ ਚੱਲਿਓ ਜੀ। ਮੇਰੇ ਮਹਿਬੂਬ ਦੀ ਚਿੱਠੀ ਤੁਸੀਂ ਸੋਨੇ 'ਚ ਮੜ ਦਿੱਤੀ, ਮੇਰੇ ਮਹਿਬੂਬ ਦੀ ਚਿੱਠੀ ਤੁਸੀਂ ਸੋਨੇ 'ਚ ਮੜ ਦਿੱਤੀ, ਧੜਕਣ ਅਗੰਮੀ ਚਮਕ ਦੇ ਪੱਥਰ 'ਚ ਜੜ ਦਿੱਤੀ, ਧੜਕਣ ਅਗੰਮੀ ਚਮਕ ਦੇ ਪੱਥਰ 'ਚ ਜੜ ਦਿੱਤੀ। ਮੈਨੂੰ ਯਾਦ ਹੈ ਮੇਰੇ ਮਹਿਬੂਬ ਨੇ ਇੱਕ ਦਿਨ ਮੇਰੇ ਘਰ ਰੁੱਖਾ ਮਿੱਸਾ ਭੋਜਨ ਕਰਿਆ ਸੀ, ਫਿਰ ਨੀਚਾ ਅੰਦਰ ਨੀਚ ਜਾਤ ਦਾ ਫਰਮਾਨ ਪੜਿਆ ਸੀ, ਉਹਦੀਆਂ 9 ਜੋਤਾਂ ਨੇ ਮੇਰੇ ਸਿਰ ਤੇ ਹੱਥ ਧਰਿਆ ਸੀ, ਤੇ 5ਵੀਂ ਜੋਤ ਦਾ ਸਦਕਾ ਨਵਾਂ ਹੀ ਸੂਰਜ ਚੜਿਆ ਸੀ। ਗੁਰੂ ਗ੍ਰੰਥ ਸਾਹਿਬ ਹੋਂਦ 'ਚ ਆ ਗਏ। ਸੋ 5ਵੀਂ ਜੋਤ ਦਾ ਸਦਕਾ ਨਵਾਂ ਹੀ ਸੂਰਜ ਚੜਿਆ ਸੀ। ਇਹ ਸੂਰਜ ਰੋਜ਼ ਮੈਨੂੰ ਮੇਰੇ ਮਹਿਬੂਬ ਦਾ ਮੁਖੜਾ ਦਿਖਾਉਂਦਾ ਸੀ, ਤੇ ਚਿੱਠੀ ਬਣ ਕੇ ਪਿਆਰੇ ਦੀ ਰੋਜ਼ ਮੇਰੇ ਕੋਲ ਆਉਂਦਾ ਸੀ। ਇਹ ਸੱਚ ਦੇ ਸੂਰਜ ਦੀ ਚਿੱਠੀ ਮੇਰਾ ਤਰਵਾਸ ਬਣ ਬੈਠੀ, ਵਿਯੋਗੀ ਆਤਮਾ ਲਈ ਮਿਲਣ ਦੀ ਇੱਕ ਆਸ ਬਣ ਬੈਠੀ, ਫਿਰ ਇਹੀ ਇਸ਼ਟ ਮੇਰਾ ਦੀਨ ਤੇ ਈਮਾਨ ਬਣ ਬੈਠੀ, ਸਦਾ ਹੀ ਸਾਹਾਂ ਸੰਗ ਰਹਿਣ ਵਾਲੀ ਜਿੰਦ ਜਾਨ ਬਣ ਬੈਠੀ। ਇਹ ਸ਼ੁਕਰੀਆ ਜੀ। ਇਹ ਚਿੱਠੀ ਦੱਸਦੀ ਰਹਿੰਦੀ ਮੈਨੂੰ ਇਲਾਹੀ ਰਮਜ਼ ਪਿਆਰੇ ਦੀ, ਬਾਤ ਪਾਉਂਦੀ ਸੀ ਅਕਸਰ ਹੀ ਨਿਆਰੇ 10ਵੇਂ ਦੁਆਰੇ ਦੀ।
ਇਹ ਚਿੱਠੀ ਦੱਸਦੀ ਰਹਿੰਦੀ ਮੈਨੂੰ ਇਲਾਹੀ ਰਮਜ਼ ਪਿਆਰੇ ਦੀ, ਬਾਤ ਪਾਉਂਦੀ ਸੀ ਅਕਸਰ ਹੀ ਨਿਆਰੇ ਦਸੋਂ ਦੁਆਰੇ ਦੀ। ਜੰਮੀ ਚੇਤਨਾ ਉਤਲੀ ਗਰਦ ਨੂੰ ਝਾੜਿਆ ਜਸਨੇ, ਇਹ ਵਰਖਾ ਨੂਰ ਦੀ ਅੰਮ੍ਰਿਤ ਦਾ ਸੰਚਾਰ ਬਣੀ। ਕਈਆਂ ਵੰਡੀਆਂ ਦੇ ਨਕਸ਼ਿਆਂ ਨੂੰ ਪਾੜਿਆ ਜਸਨੇ, ਚਮਕਦੇ ਸੱਚ ਦੀ ਕਿਰਪਾਨ ਦੀ ਇਹ ਧਾਰ ਬਣੀ। ਕੂੜੇ ਤਖਤ ਦੇ ਹੰਕਾਰ ਤਾਈਂ ਸਾੜਿਆ ਜਸਨੇ, ਅਗੰਮੀ ਚਿੰਨਗ ਵਾਲੀ ਅਗਨ ਦਾ ਅੰਗਾਰ ਬਣੀ। ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਇਹ ਹੈ, ਭਾਈ ਲਾਲੂਆਂ ਲਈ। ਫਿਰ ਉਹ ਹੈਰਾਨ ਹੁੰਦਾ ਜੀ, ਕਹਿੰਦਾ ਪਤਾ ਨਹੀਂ ਕਿਹੜੇ ਵੇਲੇ ਮੇਰਾ ਇਹ ਪਿਆਰ ਮੇਰੇ ਵਿਹੜਿਓਂ ਤੁਸੀਂ ਚੋਰੀ ਕਰਿਆ, ਲਿਜਾ ਕੇ ਮਹਿਲਾਂ ਵਿੱਚ ਆਪਣੇ ਸੋਨੇ ਦੇ ਵਿੱਚ ਮੜਿਆ। ਉਹ ਸੁਗੰਧੀ ਪਿਆਰੀ ਨੂੰ ਤੁਸੀਂ ਜਾਦੂ ਦੀ ਟੋਕਰੀ ਬਣਾ ਧਰਿਆ। ਸੁਗੰਧੀ ਪਿਆਰੀ ਨੂੰ ਤੁਸੀਂ ਜਾਦੂ ਦੀ ਟੋਕਰੀ ਬਣਾ ਧਰਿਆ, ਜਿਹਦੇ ਤੋਂ ਆਪਣੇ ਘਰ ਧੀਆਂ ਜੰਮਣ ਤੇ ਰੋਕ ਲਾਉਣ। ਜਾਦੂ ਦੀ ਟੋਕਰੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਕੀ ਨੇ ਜੀ? ਜਿਹਦੇ ਤੋਂ ਆਪਣੇ ਘਰ ਧੀਆਂ ਜੰਮਣ ਤੇ ਰੋਕ ਲਾਉਣ, ਪੁੱਤਾਂ ਪੋਤਿਆਂ ਦਾ ਵੱਡੇ ਘਰਾਂ ਸੰਗ ਨਾਤਾ ਜੜਵਾਉਣ, ਸਿੱਧ ਹੋਏ ਦੋਸ਼ਾਂ ਤੋਂ ਬਰੀ ਕਰਵਾਉਣ, ਚੋਣਾਂ ਜਿਤਾਉਣ ਤੇ ਅਹੁਦੇ ਦਿਵਾਉਣ ਤੱਕ ਦੇ ਕਰਤਵਾਂ ਦੀ ਮੰਗ ਕਰਨ ਲੱਗੇ। ਇਹਦੇ ਅੱਗੇ ਬੈਠ ਤਮਾਸ਼ੇ ਕਰਦੇ ਆ, ਇੱਕ ਵਰਗ ਉਹ ਵੀ ਹੈਗਾ ਜੀ ਜਿਹੜਾ ਤਮਾਸ਼ੇ ਕਰਦਾ ਬੈਠ ਕੇ। ਇਹਦੇ ਅੱਗੇ ਬੈਠ ਤਮਾਸ਼ੇ ਕਰਦੇ ਆ, ਤੁਸੀਂ ਆਪਣੇ ਨਾਵਾਂ ਅੱਗੇ ਗਿਆਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਗਿਆਨੀ, ਸ਼ੁਕਰੀਆ ਜੀ, ਗਿਆਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਸੰਤ ਬਾਬਾ, ਸੰਤ ਮਹਾਪੁਰਸ਼, ਪੂਰਨ ਮਹਾਪੁਰਸ਼ ਜਿਹੇ ਵਿਸ਼ੇਸ਼ਣ ਆਪਣੇ ਨਾਵਾਂ ਅੱਗੇ ਧਰਨ ਲੱਗੇ। ਇਹਦੇ ਅੱਗੇ ਬੈਠ ਤਮਾਸ਼ੇ ਕਰਦੇ ਆ। ਇੱਧਰ ਮੈਂ ਲਾਲੋ ਆਪਣੇ ਮਹਿਬੂਬ ਨਾਨਕ ਦੀ ਪੈੜ ਤੇ ਚੱਲਦਾ, ਉਹਦੇ ਵਾਂਗ ਛੋਟੇ ਜਿਹੇ ਨਾਂ ਵਾਲਾ ਨੀਚ ਜਾਤਕ ਅਹੁਦਾਹੀਨ ਹੀ ਬਣਿਆ ਰਿਹਾ। ਤੁਸਾਂ ਦੇ ਹਰ ਦਰਵਾਜ਼ੇ ਤੇ ਉੱਚੀਆਂ ਜਾਤਾਂ, ਵੱਡੇ ਨਾਵਾਂ ਦੀਆਂ ਤਖਤੀਆਂ, ਇਹਨਾਂ ਤਖਤੀਆਂ ਦੇ ਆਸ-ਪਾਸ ਵੱਡੀਆਂ ਸੁਰੱਖਿਆ ਸਖਤੀਆਂ, ਇਹਨਾਂ ਸਖਤੀਆਂ ਦੇ ਘੇਰੇ ਵਿੱਚ ਘੇਰੀ ਤੁਸੀਂ ਮੇਰੇ ਮਹਿਬੂਬ ਦੀ ਚਿੱਠੀ ਮੇਰੇ ਦਿਲ ਤੋਂ ਦੂਰ ਕਰ ਦਿੱਤੀ, ਮੇਰੇ ਦਿਲ ਦੀ ਧੜਕਣ ਮਿੱਠੀ। ਮੈਂ ਅੱਜ ਪਿਆਰ ਵਿਹੂਣਾ ਧਰਵਾਸ ਹੀਣਾ ਹੋਇਆ, ਵਿੱਚ ਚੁਰਾਹੇ ਦੇ ਚੀਨਾ ਚੀਨਾ ਹੋਇਆ। ਸ਼ੁਕਰੀਆ ਜੀ, ਧੰਨਵਾਦ। ਕਿ ਜੇ ਮੈਂ ਪਹਿਲਾਂ ਤੁਹਾਡੇ ਵਰਗੇ ਸ਼ਖਸੀਅਤਾਂ ਦੇ ਚਰਨੇ ਲੱਗ ਜਾਂਦਾ ਤਾਂ ਬਹੁਤ ਕੁਝ ਹੁਣ ਹੋ ਜਾਂਦਾ। ਹੁਣ ਵੀ ਤੁਸੀਂ ਸਾਰੇ ਆਏ ਹੋ, ਇੱਕ ਇੱਕ ਕਦਮ ਤੁਹਾਡਾ ਮੇਰੇ ਸਿਰ ਮੱਥੇ। ਮੈਂ ਤੁਹਾਡੇ ਕਦਮ ਚੁੰਮਦਾ ਹਾਂ। ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਆਪ ਸਭ ਦਾ। ਕਿੰਨੀ ਗਰਮੀ ਹੈ, ਕਿੰਨੀ ਦੂਰੋਂ ਚੰਡੀਗੜ੍ਹੋਂ ਆਏ, ਲੁਧਿਆਣਾ ਤੋਂ ਬੀਬੀਆਂ ਆਈਆਂ, ਤਰਨਤਾਰਨ ਤੋਂ ਬੀਬੀ ਚੱਲ ਕੇ ਆਈ ਹੈ। ਬੜੇ ਵਧੀਆ ਲੇਖਕ ਨੇ, ਹਰਕੀਰਤ ਕੌਰ, ਇਹਨਾਂ ਦੇ ਲੇਖ ਪੜ੍ਹੋ। ਜਿਵੇਂ ਮਚਾਕੀ ਸਾਹਿਬ ਦੇ ਲੇਖ ਹੈ, ਕਿਤੇ ਤੁਸੀਂ ਪੜ੍ਹਿਆ ਹੋਣਾ, ਬਹੁਤ ਵਧੀਆ ਇਹਨਾਂ ਦੀ ਲੇਖਣੀ ਹੈ। ਤੇ ਰਾਜਦੀਪ ਕੌਰ ਹੈ, ਗੁਰੂਸਰ ਸੁਧਾਰ ਪਿੰਡ ਹੈ ਉਹਨਾਂ ਦਾ। ਮੈਂ ਜਦੋਂ ਹਲਵਾਰੇ ਹੁੰਦਾ ਸੀ ਸਾਡੀ ਯੂਨਿਟ, ਤਾਂ ਉਦੋਂ ਮੈਂ ਇਹਨਾਂ ਦੇ ਪਿੰਡ ਤੇ 3.5 ਸਾਲ ਫਿਰ ਮੈਂ ਇਹਨਾਂ ਦੇ, ਤਾਂ ਮੈਨੂੰ ਥੋੜ੍ਹਾ ਜਿਹਾ ਪਿਆਰ ਜਿਹਾ ਹੋ ਗਿਆ ਵੀ ਰਾਜਦੀਪ ਗੁਰੂਸਰ ਪਿੰਡ ਦੀ ਹੈ, ਕਿਉਂਕਿ ਉੱਥੇ ਜਿੱਥੇ ਰਹੀਏ ਉੱਥੇ ਪਿਆਰ ਹੋ ਜਾਂਦਾ ਪਿੰਡ ਨਾਲ। ਜਦੋਂ ਇਹਨਾਂ ਨੇ ਲਿਖਿਆ ਵੀ ਗੁਰੂਸਰ ਸੁਧਾਰ, ਤਾਂ ਮੈਨੂੰ ਬੜੀ ਖੁਸ਼ੀ, ਮੈਂ ਫਟ ਦੇਣਾ ਫੋਨ ਕੀਤਾ ਤੇ ਇਹਨਾਂ ਦਾ ਧੰਨਵਾਦ ਕੀਤਾ ਵੀ ਬੜੀ ਸੋਹਣੀ ਲੇਖਣੀ ਹੈ ਤੁਹਾਡੀ। ਸੋ ਸਾਡੇ ਇਹ ਜਿਹੜਾ ਜੀਵਨ ਹੈ, ਇਹ ਜੀਵਨ ਦਾ ਇੱਕ ਪਲ ਹੈ ਨਾ, ਜਿਹੜਾ ਜੇ ਇਹਨੂੰ ਵਿਚਾਰੀਏ ਤਾਂ ਇਹ ਗਵਾਉਣ ਵਾਲਾ ਨਹੀਂ ਹੁੰਦਾ, ਬੜਾ ਕੀਮਤੀ ਹੁੰਦਾ ਹੈ। ਆਹ ਜੋ ਪਲ ਲੰਘ ਗਏ ਇਹ ਦੁਬਾਰਾ ਨਹੀਂ ਸਾਨੂੰ ਮਿਲ ਸਕਦੇ। ਜਿਹੜਾ ਕੰਮ ਇੱਕ ਵਾਰੀ ਖੁੰਝ ਗਿਆ ਉਹ ਦੁਬਾਰਾ ਨਹੀਂ ਮੁੜਦਾ। ਮੈਨੂੰ ਜ਼ਿੰਦਗੀ ਦੇ ਵਿੱਚ ਸਿਰਫ 2 ਦੋਸਤ ਮਿਲੇ, ਐਸੇ ਦੋਸਤ ਮਿਲੇ ਜਿਨ੍ਹਾਂ ਨੇ ਕਿ ਮੈਨੂੰ ਉਹ ਸਾਥ ਦਿੱਤਾ ਜਿਹੜਾ ਕੋਈ ਦੇ ਨਹੀਂ ਸਕਦਾ। ਜਿਸ ਤਰ੍ਹਾਂ ਤੁਸੀਂ ਅੱਜ ਪਿਆਰ ਦਿੱਤਾ ਸਾਰਿਆਂ ਨੇ, ਇਸੇ ਤਰ੍ਹਾਂ ਉਹ ਮੈਨੂੰ ਪਿਆਰ ਦਿੰਦੇ ਸੀ। ਮੇਰੀ ਤਕਲੀਫ ਹੁੰਦੀ, ਬਾਪੂ ਜੀ ਨੂੰ ਲੈ ਕੇ ਜਾਣਾ ਹੁੰਦਾ, ਫਟ ਜਾ ਮੇਰੇ ਕੋਲੇ ਖੜਦੇ ਸੀ, ਚੱਲ ਲੈ ਕੇ ਚੱਲੀਏ, ਰਾਤ ਹੈ ਤਾਂ ਕੀ ਹੋ ਗਈ। ਸੋ ਜੀ ਇਹ ਜ਼ਿੰਦਗੀ ਹੈ ਨਾ, ਇਹਦੇ ਵਿੱਚ ਅੱਛਾ ਦੋਸਤ ਹੋਣਾ ਬਹੁਤ ਜ਼ਰੂਰੀ ਹੈ। ਜਿਹਦੇ ਕੋਲੇ ਦੋਸਤ ਦੀ ਦੌਲਤ ਹੈ ਨਹੀਂ, ਉਹ ਬੰਦਾ ਰੁੱਖਾ ਤੇ ਉਹ ਬੰਦਾ ਇਕੱਲਾ, ਉਹਦੇ ਕੋਲੇ ਕੁਛ ਨਹੀਂ ਹੁੰਦਾ। ਦੋਸਤੀ ਦਾ ਸਾਥ ਹੈ ਜਿਹੜਾ, ਇਹ ਰੱਬ ਦਾ ਸਾਥ ਹੁੰਦਾ ਹੈ। ਜਿੱਥੇ ਦੋਸਤ ਕੰਮ ਆਉਂਦਾ ਹੈ, ਰੱਬ ਤਾਂ ਬੜੀ ਦੇਰ ਬਾਅਦ ਆਉਂਦਾ ਹੈ, ਦੋਸਤ ਤਾਂ ਫਟ ਦੇਣੇ ਖੜਾ ਹੁੰਦਾ ਹੈ। ਦੋਸਤ ਐਸਾ ਦਰਖਤ ਹੈ ਜਿਹੜਾ ਬੰਦੇ ਨੂੰ ਧੁੱਪ ਨਹੀਂ ਲੱਗਣ ਦਿੰਦਾ। ਸੋ ਮੈਂ ਆਪਣੇ ਦੋਸਤ ਵਾਸਤੇ
ਬਹੁਤ ਹੀ ਵੱਡਾ ਮੇਰੇ ਦਿਲ ਦੇ ਵਿੱਚ ਖਾਨਾ ਹੈ, ਜਿੱਥੇ ਮੈਂ ਆਪਦੇ ਦੋਸਤਾਂ ਨੂੰ ਬਿਠਾਉਂਦਾ ਹਾਂ। ਦਿਲ ਦੇ ਵਿੱਚ ਖਾਨਾ ਹੁੰਦਾ ਦੋਸਤ ਦਾ, ਹੋਰ ਕਿਸੇ ਅਲਮਾਰੀ 'ਚ ਨਹੀਂ ਰੱਖਿਆ ਜਾਂਦਾ ਦੋਸਤ ਨੂੰ। ਸੋ ਦੋਸਤ ਹੋਣਾ, ਦੋਸਤ ਬਣਨਾ ਤੇ ਦੋਸਤ ਬਣਾਉਣਾ, ਇਹ ਸਾਰੇ ਬਹੁਤ ਵੱਡੇ ਗੁਣ ਹੈ। ਆਪ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਦੋਸਤ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਆਪਣੀ ਬਹੁਤ ਦੋਸਤੀ ਹੁੰਦੀ ਹੈ, ਲੇਕਿਨ ਜੇ ਖਰਾ ਦੋਸਤ ਮਿਲ ਜਾਵੇ ਤਾਂ ਇਹ ਬਹੁਤ ਪ੍ਰਾਪਤੀ ਹੁੰਦੀ ਹੈ, ਲੇਕਿਨ ਮਿਲਦਾ ਨਹੀਂ। ਕੋਈ ਨਾ ਕੋਈ ਸਵਾਰਥ ਹੁੰਦਾ ਬੰਦੇ ਦੇ ਵਿੱਚ। ਸੋ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਬਹੁਤ ਹੀ ਵਧੀਆ ਦਿਨ ਨਿਕਲੇ ਸਾਡੇ। ਏਅਰ ਫੋਰਸ ਦੇ ਵਿੱਚ ਬੜੀ ਸ਼ਾਹੀ ਨੌਕਰੀ, ਉੱਥੇ ਬੜੇ ਬੜੇ ਜਿਵੇਂ ਅੱਜ ਇੰਨੇ ਸੋਹਣੇ ਲੋਕਾਂ ਨਾਲ, ਇੰਨੇ ਵਿਚਾਰਵਾਨਾਂ ਨਾਲ ਜਿਨ੍ਹਾਂ ਦਰਸ਼ਨ ਕੀਤੇ ਹੈ, ਇਸੇ ਤਰ੍ਹਾਂ ਉੱਥੇ ਵੀ ਬੜੀ ਦੁਨੀਆ ਦੇਖੀ, ਬੜੀਆਂ ਥਾਵਾਂ ਦੇਖੀਆਂ ਜਿੱਥੇ ਕੋਈ ਜਾ ਨਹੀਂ ਸਕਦਾ ਸੀ। ਹੈਲੀਕਾਪਟਰਾਂ 'ਤੇ ਉੱਥੇ ਜਾਂਦੇ ਹੁੰਦੇ ਸੀ, ਅਤੇ ਐਸੀਆਂ ਜਗ੍ਹਾ ਪਈਆਂ ਜਿਹੜੀਆਂ ਕਿ ਬੰਦਾ ਸੁਪਨੇ ਵਿੱਚ ਵੀ ਨਹੀਂ ਉਹ ਦ੍ਰਿਸ਼ ਦਿਸਦੇ ਆਦਮੀ ਨੂੰ। ਸੋ ਜਿੰਨੇ ਆਪਾਂ ਔਖ ਕੱਟੀ ਸੀ ਜੇ ਬਚਪਨ ਦੇ ਵਿੱਚ, ਜਿੰਨੇ ਦੁੱਖ ਝੇਲੇ ਸੀ, ਓਨਾ ਹੀ ਆ ਜਿਹੜੇ ਹੁਣ ਟਾਈਮ ਹੈ, ਮੈਂ ਤਾਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਦੇਖੋ ਜੇ ਉਹ ਕੱਟ ਲਏ ਉਹ ਜ਼ਿੰਦਗੀ, ਜੇ ਹੁਣ ਦੁੱਖ ਕੱਟਣੇ ਪੈ ਜਾਂਦੇ ਫੇਰ ਕੀ ਕਰਦੇ। ਸੋ ਪਰਮਾਤਮਾ ਠੀਕ ਠੀਕ ਹੀ ਕਰਦਾ। ਸੋ ਮੈਂ ਇਹੀ ਸੋਚਿਆ ਹੁਣ ਵੀ ਤੁਹਾਡੇ ਸਭ ਦੇ ਆਸ਼ੀਰਵਾਦ ਨਾਲ, ਇਹਨਾਂ ਵਰਗੇ ਸ਼ਖਸੀਅਤਾਂ ਦੇ ਆਸ਼ੀਰਵਾਦ ਨਾਲ ਮੈਂ ਅੱਗੇ ਹੀ ਅੱਗੇ ਲਿਖਦਾ ਜਾਵਾਂ। ਇਹਨਾਂ ਦਾ ਆਸ਼ੀਰਵਾਦ ਮੈਨੂੰ ਮਿਲਿਆ, ਮੈਂ ਬਹੁਤ ਖੁਸ਼ ਹਾਂ। ਮੈਂ ਤਾਂ ਕੁਛ ਵੀ ਨਹੀਂ, ਲੇਕਿਨ ਜਦੋਂ ਇਹੋ ਜਿਹੇ ਲੋਕਾਂ ਦੀ ਸ਼ੋਅ ਮਿਲਦੀ ਹੈ ਤਾਂ ਅੱਕ ਦਾ ਜਿਹੜਾ ਬੂਟਾ ਹੁੰਦਾ ਉਹ ਵੀ ਚੰਦਨ ਬਣ ਜਾਂਦਾ। ਆਪਾਂ ਤਾਂ ਅੱਕ ਹੈ ਜਿਹੜੇ ਜਿੱਥੇ ਐਵੇਂ ਉੱਗਰ ਪੈਂਦੇ, ਜਿੱਥੇ ਦੇਖੋ ਅੱਕ ਖੜੇ। ਸਾਡੇ 'ਚ ਵੀ ਹੋ ਸਕਦਾ ਅੱਕ ਵਰਗੀ ਦੁਰਗੰਧ ਹੋਵੇ, ਪਰ ਇਹਨਾਂ ਦਾ ਦਰਸ਼ਨ ਕਰਕੇ ਸਾਰੇ ਸ਼ਖਸੀਅਤਾਂ ਦਾ ਮੈਂ ਅੱਜ ਧੰਨ ਧੰਨ ਹੋ ਗਿਆ। ਸੋ ਤੁਸੀਂ ਆਏ ਸਾਰੇ, ਬੀਬੀਆਂ ਆਈਆਂ, ਬੱਚੇ ਆਏ, ਬਹੁਤ ਹੀ ਕਸ਼ਟ ਦੀ ਗੱਲ ਹੈ, ਬੜਾ ਹੀ ਗਰਮੀ ਹੈ, ਅਤੇ ਮੈਂ ਤੁਹਾਡਾ ਸਦਾ ਸਦਾ ਅਹਿਸਾਨਮੰਦ ਹਾਂ। ਅਤੇ ਕਾਫੀ ਕੁਛ ਲਿਖਿਆ ਹੋਇਆ, ਜੇ ਕਹੋ ਤਾਂ ਮੈਂ ਥੋੜ੍ਹਾ ਜਿਹਾ ਸੁਣਾ ਸਕਦਾ। ਜੇ ਟਾਈਮ ਦੀ ਕਿੱਲਤ ਹੈ ਤਾਂ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਸਾਰਿਆਂ ਨੂੰ ਟਾਈਮ ਮਿਲ ਜਾਣਾ ਚਾਹੀਦਾ, ਮੇਰੀ ਕੋਈ ਗੱਲ ਨਹੀਂ। ਹਾਂਜੀ, ਸੋ ਪਿਆਰੇ ਸੱਜਣੋ, ਜੋ ਮੁਹੱਬਤ ਹੈ ਇਹ ਅਕਾਲ ਪੁਰਖ ਦਾ ਪਹਿਲਾ ਬੋਲ ਹੈ। ਅਕਾਲ ਪੁਰਖ ਨੇ ਜੋ ਸਭ ਤੋਂ ਪਹਿਲਾਂ ਬੋਲ ਕੱਢਿਆ ਸੀ ਨਾ ਮੂੰਹ ਚੋਂ, ਮੁਹੱਬਤ, ਪਿਆਰ। ਸੋ ਪਿਆਰ ਨੂੰ ਇਹਦੇ ਰੂਪ ਬਹੁਤ ਜ਼ਿਆਦੇ, ਮੰਦੇ ਚੰਗੇ ਧੋਖਿਆਂ ਵਾਲੇ ਕਿਸ ਤਰ੍ਹਾਂ ਦੇ ਵੀ ਹੋਣ, ਪਰ ਜੋ ਹਿਰਦੇ ਤੋਂ ਪਿਆਰ ਹੁੰਦਾ ਹੈ ਉਹਦੀਆਂ ਗੱਲਾਂ ਹੀ ਹੋਰ ਹੁੰਦੀਆਂ। ਜਦੋਂ ਮੁਹੱਬਤ ਦੇ ਵਿੱਚ ਤਕਲੀਫ ਆਉਂਦੀ ਹੈ, ਵਿਛੋੜਾ ਪੈਂਦਾ ਹੈ, ਤਲਖੀ ਵੱਧਦੀ ਹੈ, ਬੇਸਮਝੀ ਹੋ ਜਾਂਦੀ ਹੈ, ਤਾਂ ਫਿਰ ਆਦਮੀ ਜਾਂ ਕੋਈ ਬੀਬਾ ਹੋਵੇ ਉਹ ਰੋਂਦੇ। ਜਦੋਂ ਇੱਕ ਸੱਚਾ ਦਿਲ ਰੋਂਦਾ ਹੈ ਤਾਂ ਉਹ ਪਪੀਹੇ ਦੀ ਕੂਕ ਬਣ ਜਾਂਦਾ ਹੈ। ਹੁਣ ਥੋੜ੍ਹੀ ਥੋੜ੍ਹੀ ਬਾਰਿਸ਼ ਹੋ ਰਹੀ ਹੈ, ਵਿਛੋੜੇ ਵਿੱਚ ਕੋਈ ਤੜਫ ਰਿਹਾ, ਦੂਜਾ ਉਹ ਮਹਿਸੂਸ ਕਰ ਰਿਹਾ, ਕਿਉਂਕਿ ਵਾਇਰਲੈਸ ਚੱਲਦੀ ਹੈ ਦਿਲਾਂ ਦੇ ਵਿੱਚ। ਅਤੇ ਮੈਂ ਉਹੀ ਚੀਜ਼ ਕਰਦਾ। ਕੋਇਲ ਕੂਕ ਰਹੀ ਹੈ, ਦਿਲ ਤਰਸਦਾ ਹੈ, ਉਹ ਰੋ ਰਹੇ ਹਨ ਜਾਂ ਮੇਘ ਬਰਸ ਰਿਹਾ। इश्क टुरेगा केड़े रस्ते, इश्क टुरेगा केड़े रस्ते, ए कोई सकिया बुझना, मां दियां मत्तां कोल ससी दे कदे भी सकियां पुजना। अग ते तुरना
अग ते सौना तड़प वियोग च रुजना, लंब वाली की इश्क हुंदा ए, ओए रोण बिना बस कुछ ना। कोयल कूक रही है, कोयल कूक रही है, दिल तरसदा है, कोयल कूक रही है, दिल तरसदा है, ओ रो रहे न जो मेघ बरसदा है, कोयल कूक रही है। मैं वेखां बदलां नूं जां कणकोर कटावां नूं, मैं वेखां बदलां नूं जां कणकोर कटावां नूं, हथ कड़ियां लगियां ने अंदर दियां चावां नूं, अंदर दियां चावां नूं, दिल तां विचारा हवा च लटकदा है, ओ रो रहे ने जो मेघ बरसदा है, कोयल कूक रही। हो लिख चिट्ठियां पावां मैं इन्हां भिजियां हवावां नूं, लिख चिट्ठियां पावां मैं इन्हां भिजियां हवावां नूं, नहीं लिखिया खत विच मैं इन्हां तपदियां साहां नूं, इन्हां तपदियां साहां नूं, बेनाम खत बन दिल भटकदा है, ओ रो रहे ने जां मेघ बरसदा है, कोयल कूक रही। वग रहियां हवावां भी अज सिलियां ढिलियां ने, वग रहियां हवावां भी अज सिलियां ढिलियां ने, ए किस दियां हंजुआं ने ओ कर दित्तियां गिलियां ने, ओ कर दित्तियां गिलियां ने, बिरहा हवावां विचों किमें टपकदा है, कोयल कूक रही। रब रोना उन्हां दा हो, रब रोना उन्हां दा मेरी झोली पा देवे, खड़ दो पल उस कोले ओनू हसन ला देवे, ओनू हसन ला देवे, उदासी विच सोभदा ना, उदासी विच सोभदा ना, फुल अर्श दा है, कोयल कूक रही। लंब वालिए खंजू क्यों इन्ने बरसे ने, लंब वालिए खंजू क्यों इन्ने बरसे ने, की दर्द ओ ना मिलिया जो रो रो हरखे ने, जो रो रो हरखे ने, अखियां विचारियां नो, अखियां विचारियां नो, दुख दरसदा है, कोयल कूक रही है, दिल तरसदा है, ओ रो रहे ने जो मेघ बरसदा है, कोयल कूक रही है, कोयल कूक रही। धन्यवाद।